ਵਾਰਨਿੰਗ ਦੀ ਜਦੋਂ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਪੁੱਤ ਤੈਨੂੰ ਕਿਵੇਂ ਲੱਗੀ? ਕਹਿੰਦਾ ਚਾਚੂ ਤੁਸੀਂ ਪੂਰੀ ਫਿਲਮ 'ਚ ਕੋਈ ਹਾਸੇ ਵਾਲੀ ਗੱਲ ਹੀ ਨਹੀਂ ਕੀਤੀ। ਕਿ ਤੁਸੀਂ ਚੂਜ਼ ਹੀ ਹੋ ਗਏ ਹੋ ਆਪਣੇ ਕਰੈਕਟਰਸ ਨੂੰ ਲੈ ਕੇ? ਨਹੀਂ, ਮੈਂ ਰੈਡੀ ਰਹਿਣਾ ਹਮੇਸ਼ਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਸਾਰੀਆਂ ਫਿਲਮਾਂ ਕਰਾਂ। ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਪੈਸੇ ਹੈ ਨਹੀਂ, ਪਰ ਮੈਂ ਫਿਲਮ ਮੇਕ ਕਰਨੀ ਹੈ। ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ। ਧੀਰਜ ਤੇ ਮੈਂ ਮਿਲੇ, ਕਹਿੰਦਾ ਯਾਰ ਮੈਨੂੰ ਪੈਸੇ ਨਹੀਂ ਚਾਹੀਦੇ, ਮੇਕਿੰਗ ਵਧੀਆ ਹੋਣੀ ਚਾਹੀਦੀ। ਚਾਹੇ ਇੱਕ ਦਿਨ ਦਾ ਕਰੈਕਟਰ ਹੋਵੇ। ਹੁਣ ਯਾਰ ਮੇਰਾ ਤਿਤਲੀਆਂ ਵਰਗਾ, ਉਹਦੇ 'ਚ ਮੈਂ ਗੈਸਟ ਅਪੀਅਰੈਂਸ ਕੀਤੀ ਆ। ਗਿੱਪੀ ਵੀਰਾ ਮੈਨੂੰ ਕਹਿੰਦਾ ਕਿਆ ਕਰੈਕਟਰ ਆ ਕਰੇਂਗਾ? ਮੈਂ ਕਿਹਾ ਜੀ ਕਰੂੰਗਾ। ਕਹਿੰਦਾ ਯਾਰ ਤੂੰ ਇਹ ਤਾਂ ਛੋਟਾ ਕਰੈਕਟਰ ਆ, ਵੀ ਤੂੰ ਨਾ ਕਿਉਂ ਨਹੀਂ ਕੀਤੀ? ਮੈਂ ਕਿਹਾ ਜੀ ਮੈਂ ਐਕਟਰ ਆ, ਮੈਂ ਕਿਉਂ ਨਾ ਕਰੂੰਗਾ। ਧੀਰਜ ਦਾ ਇੱਕ ਮੁਕਾਮ ਬਣ ਚੁੱਕਿਆ। ਧੀਰਜ ਇੱਕ ਜਗ੍ਹਾ 'ਤੇ ਆਦੇ ਆਪ ਨੂੰ ਲੈ ਕੇ ਆ ਚੁੱਕਿਆ ਤੇ ਮੈਂ ਦੁਨੀਆ ਦੇ ਸਾਹਮਣੇ ਆਣਾ ਸੀ। ਬੀਇੰਗ ਅ ਰਾਈਟਰ ਤਾਂ ਮੈਂ ਬਹੁਤ ਕੁਝ ਕਰ ਚੁੱਕਾ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਸਭ ਤੋਂ ਜ਼ਿਆਦਾ, ਮੈਂ ਨਵੀਆਂ ਟੀਮਾਂ ਨਾਲ ਕੰਮ ਕਰਦਾ। ਮੈਂ ਜ਼ਿਆਦਾਤਰ ਫਿਲਮਾਂ ਨਵੇਂ ਪ੍ਰੋਡਕਸ਼ਨ ਹਾਊਸ 'ਚ ਕੀਤੀਆਂ ਹੋਈਆਂ ਨੇ, ਤਾਂ ਕਿ ਇੱਕ ਹੋਰ ਟੀਮ ਐਂਟਰ ਹੋਏ ਤੇ ਦਾਇਰਾ ਵੱਡਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡਾ ਪੰਜਾਬੀ ਸਿਨੇਮਾ ਦਿਨ ਬ ਦਿਨ ਗਰੋ ਕਰ ਰਿਹਾ, ਅਸੀਂ ਸਾਰੇ ਜਾਣਦੇ ਹਾਂ। ਲੇਕਿਨ ਪਿੱਛੇ ਜੇ ਅਸੀਂ ਇੱਕ ਕੋਵਿਡ ਦਾ ਅਜਿਹਾ ਟਾਈਮ ਦੇਖਿਆ ਜਿਸ ਦੇ ਨਾਲ ਹਰ ਖੇਤਰ ਪ੍ਰਭਾਵਿਤ ਹੋਇਆ, ਤਾਂ ਸਾਡਾ ਸਿਨੇਮਾ ਜਾਂ ਸਾਡੀ ਇੰਡਸਟਰੀ ਵੀ ਪ੍ਰਭਾਵਿਤ ਹੋਈ। ਲੇਕਿਨ ਉਸ ਦੇ ਟਾਈਮ 'ਤੇ OTT ਇੱਕ ਅਜਿਹਾ ਪਲੇਟਫਾਰਮ ਆਇਆ ਜਿਸ 'ਤੇ ਹਰ ਸਟਾਰ ਨੂੰ ਅਸੀਂ ਦੇਖਿਆ ਔਰ ਉਸ ਨੂੰ ਅਸੀਂ ਬੇਹੱਦ ਪਸੰਦ ਵੀ ਕੀਤਾ। ਉਸ ਦੇ ਨਾਲ ਜੋ ਹੈ ਕੁਆਲਿਟੀ ਕੰਟੈਂਟ ਜਾਂ ਕੰਟੈਂਟ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਵੀ ਹੋਏ, ਲੇਕਿਨ OTT ਪਲੇਟਫਾਰਮ ਨੇ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਦਿੱਤੀਆਂ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੈੱਬ ਸੀਰੀਜ਼ ਬਣੀਆਂ। ਹੁਣ ਇੱਕ ਅਜਿਹੀ ਵੈੱਬ ਸੀਰੀਜ਼ ਜਿਸ ਦੀ ਸਟਾਰ ਕਾਸਟ ਦੇ ਵਿੱਚ ਬੜੇ ਖਾਸ ਚਿਹਰੇ ਨੇ, ਜਿਸ ਦੇ ਵਿੱਚ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੀ ਸਭ ਤੋਂ ਵੱਡੀ ਅਜਿਹੀ ਵੈੱਬ ਸੀਰੀਜ਼ ਹੋਏਗੀ ਜਿਸ ਦੇ ਵਿੱਚ 7 ਵਿਲਨਸ ਔਰ 4 ਹੀਰੋਜ਼ ਹੈ। ਸੋ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦਾ ਹੈ। ਅਗਰ ਇਸ ਦਾ ਨਾਮ ਉਸ ਦੀ ਗੱਲ ਕੀਤੀ ਜਾਵੇ ਤਖਤਗੜ੍ਹ, ਇਸ ਦੇ ਵੀ ਬਹੁਤ ਸਾਰੇ ਮਾਇਨੇ ਨਿਕਲਦੇ ਆ। ਫਿਲਮ ਦਾ ਪੋਸਟਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦਾ ਹੈ। ਸੋ ਸਾਡੇ ਨਾਲ ਅੱਜ ਇਸ ਤਖਤਗੜ੍ਹ ਸੀਰੀਜ਼ ਦੇ ਜੋ ਡਾਇਰੈਕਟਰ ਰਾਈਟਰ ਨੇ ਬਲਜੀਤ, ਔਰ ਇਸ ਦੇ ਬਹੁਤ ਹੀ ਅੱਛਾ ਕਰੈਕਟਰ ਪਲੇ ਕਰਨ ਵਾਲੇ ਔਰ ਸਾਡੇ ਸਭ ਦੇ ਫੇਵਰੇਟ ਹੀਰੋ ਵੀ ਕਹਿ ਸਕਦੇ ਹਾਂ ਧੀਰਜ ਕੁਮਾਰ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਕੀ ਦੀ ਤਖਤਗੜ੍ਹ ਦੇ ਬਾਰੇ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਤਖਤਗੜ੍ਹ ਦੀ ਗੱਲ ਕਰ ਰਹੇ ਹਾਂ, ਤੁਹਾਡਾ ਜਿਹੜਾ ਕਰੈਕਟਰ ਹੈ ਉਹਦੀ ਆਊਟਰ ਲੁੱਕ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਲੱਗਦਾ ਕਿ ਕੋਈ ਸਾਊਥ ਇੰਡੀਅਨ ਹੀਰੋ ਹੈ। ਨਹੀਂ, ਮੈਨੂੰ ਲੱਗਦਾ ਕਿ ਸਾਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ। ਜਦੋਂ ਮੈਂ ਸਕ੍ਰਿਪਟ ਪੜ੍ਹੀ ਸੀ ਤਾਂ ਬਲਜੀਤ ਤੇ ਅਸੀਂ ਡਿਸਕਸ ਵੀ ਕੀਤਾ ਸੀ ਕਿ ਉਹ ਇੱਕ ਰਾਜਸਥਾਨੀ ਕਰੈਕਟਰ ਹੈਗਾ, ਤਾਂ ਅਸੀਂ ਲੁੱਕ 'ਤੇ ਡਿਸਕਸ ਕੀਤਾ ਕਿ ਲੁੱਕ ਕਿਵੇਂ ਦੀ। ਮੈਨੂੰ ਹਮੇਸ਼ਾ ਇਹ ਹੁੰਦਾ ਕਿ ਪਿਛਲੀ ਫਿਲਮ ਦੇ ਨਾਲ ਲੁੱਕ ਮੈਚ ਨਾ ਕਰੇ, ਅਲੱਗ ਲੁੱਕ ਹੋਏ। ਉਹ ਨੇ ਜੋ ਗੋਗਲਸ ਲਾਈਆਂ ਉਹ ਕਿੱਦਾਂ ਦਾ ਡਿਜ਼ਾਈਨ ਹੋਏ, ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਡਿਜ਼ਾਈਨ ਕੀਤੀਆਂ ਜੀ। ਸੋ ਫਾਈਨਲੀ ਹੁਣ ਫਸਟ ਸੀਜ਼ਨ ਰਿਲੀਜ਼ ਹੋਇਆ। ਅੱਗੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਫਸਟ ਸੀਜ਼ਨ ਤਾਂ ਇਹ ਮੈਨੂੰ ਗੱਲ ਵੀ ਕਰਦਾ ਹੁੰਦਾ ਕਿ ਇਹ ਤਾਂ ਇੰਟਰੋਡਕਸ਼ਨ ਆ ਕਿ ਆਹ ਕਰੈਕਟਰ ਆ, ਤਾਂ ਇਹ ਬਹੁਤ ਲੰਮੇ ਸੀਜ਼ਨ ਚੱਲਣਗੇ ਜੀ। ਧੀਰਜ, ਜਦੋਂ ਇੱਕ ਡਾਇਰੈਕਟਰ ਇੱਕ ਰਾਈਟਰ ਤੁਹਾਨੂੰ ਤੁਹਾਡਾ ਕਰੈਕਟਰ ਸੁਣਾਉਂਦਾ ਹੈ ਤਾਂ ਇੱਕ ਉਹਦੀ ਆਊਟਰ ਲੁੱਕ ਹੁੰਦੀ ਹੈ, ਇੱਕ ਉਹਦੀ ਇਨਰ ਦੀ ਦੁਨੀਆ ਹੁੰਦੀ ਹੈ। ਤੁਸੀਂ ਦੋਨਾਂ ਨੂੰ ਲੈ ਕੇ ਖੁਦ ਕਿੰਨਾ ਸੋਚਦੇ ਹੋ ਜਾਂ ਤੁਸੀਂ ਖੁਦ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਕਿੰਨਾ ਕੰਮ ਕਰਦੇ ਹੋ? ਆਊਟਰ ਲੁੱਕ ਦੀ ਤੇ ਤੁਸੀਂ ਗੱਲ ਕਰ ਹੀ ਦਿੱਤੀ ਕਿ ਮੈਂ ਨਹੀਂ ਚਾਹੁੰਦਾ ਮੇਰੇ ਕਰੈਕਟਰਸ ਜੋ ਹੈ ਮੈਚ ਕਰਨ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ। ਜਦੋਂ ਤੁਸੀਂ, ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਪਦੇ ਕੰਮ ਨੂੰ ਬਹੁਤ ਸ਼ਿੱਦਤ ਨਾਲ ਲੈਂਦੇ ਹੋ, ਫਿਰ ਉਹਦੇ 'ਤੇ ਇਹਦਾ ਕੋਈ ਐਂਡ ਪੁਆਇੰਟ ਹੈ ਹੀ ਨਹੀਂ। ਇਸ ਫੀਲਡ ਦਾ ਕੋਈ ਐਂਡ ਪੁਆਇੰਟ ਨਹੀਂ। ਤੁਸੀਂ ਇਹਦਾ ਕੋਈ ਸਿਰਾ ਉਹ ਲੱਭ ਨਹੀਂ ਸਕਦੇ। ਔਰ ਬਹੁਤ ਸਾਰੀਆਂ ਚੀਜ਼ਾਂ ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਹਾਂ ਤੁਸੀਂ ਹੋਰ ਕੀ ਬਿਹਤਰ ਪਾ ਸਕਦੇ ਹੋ। ਔਰ ਸਬ ਟੈਕਸਟ 'ਤੇ ਹੁਣ ਕੰਮ ਹੋਣ ਲੱਗ ਗਿਆ। ਜੋ ਇੰਟਰਨਲ ਥਾਟ ਈਵਨ ਕਿ ਸ਼ੂਟ ਵੀ ਹੋਣ ਲੱਗ ਗਿਆ ਕਿ ਕੋਈ ਇੱਕ ਮੋਨਟਾਜ ਦੇ ਰੂਪ ਵਿੱਚ ਇੱਕ ਆਪਾਂ ਸਿਰਫ ਐਕਟਰ ਨੂੰ ਦਿਖਾਉਣੇ ਆ, ਕੁਛ ਚੀਜ਼ਾਂ ਆਪਾਂ ਇਹੋ ਜਿਹੀਆਂ ਦਿਖਾਉਣੇ ਆ ਜੋ ਉਹਦੇ ਅੰਦਰ ਚੱਲ ਰਹੀਆਂ ਹੁੰਦੀਆਂ ਨੇ। ਉਹ ਉਹਦੇ ਹੱਥਾਂ, ਜੇ ਉਹ ਹੱਥ ਐਂ ਕਰ ਰਿਹਾ ਤਾਂ ਆਪਾਂ ਹੱਥ ਦਾ ਸ਼ਾਟ ਲੈਂਦੇ ਆ। ਉਹ ਬਹੁਤ ਸਾਰੀਆਂ ਚੀਜ਼ਾਂ ਹੁਣ OTT ਨੇ ਜਾਂ ਸਿਨੇਮੇ ਨੇ ਬਹੁਤ ਸਾਰੀਆਂ ਚੀਜ਼ਾਂ ਐਡ ਕਰਤੀਆਂ। ਪਰ ਮੈਨੂੰ ਡਿਟੇਲਿੰਗ, ਬਟ ਮੈਨੂੰ ਲੱਗਦਾ ਕਿ ਇੰਨਾ ਕੁਛ ਕਰਨ ਵਾਲਾ ਹੁੰਦਾ। ਮੈਨੂੰ ਹਰ ਵਾਰੀ ਲੱਗਦਾ ਹੁੰਦਾ ਜਦੋਂ ਮੈਂ ਸ਼ੂਟ ਕਰਕੇ ਘਰੇ ਜਾਂਦਾ ਨਾ, ਸੀਨ ਜਿਹੜੇ ਹੁੰਦੇ ਆ 2-3, ਤਾਂ ਮੈਂ ਘਰੇ ਜਾ ਕੇ ਸੋਚਦਾ ਹੁੰਦਾ, ਮੈਂ ਕਿਹਾ ਯਾਰ ਉੱਥੇ ਮੈਂ ਆਹ ਕਰ ਸਕਦਾ ਸੀ, ਵੀ ਉਹ ਚੀਜ਼ ਮੈਨੂੰ, ਔਰ ਇਹ ਚੀਜ਼ ਮੈਨੂੰ ਹਮੇਸ਼ਾ ਹੀ ਫੀਲ ਹੁੰਦੀ ਹੈ ਘਰੇ ਜਾ ਕੇ। ਫਿਰ ਮੈਨੂੰ ਲੱਗਦਾ ਕਿ ਹਾਂ ਮੈਂ ਅਗਲੀ ਵਾਰੀ ਕੋਈ ਚੀਜ਼ ਕਰੂੰਗਾ ਤਾਂ ਮੈਂ ਆਹ ਚੀਜ਼ ਕਰੂੰਗਾ ਵੀ। ਫਿਰ ਜਦੋਂ ਅਗਲੀ ਵਾਰੀ ਕੋਈ ਚੀਜ਼ ਕਰਦਾ ਫਿਰ ਇਹ ਰਹਿੰਦਾ ਯਾਰ ਉੱਥੇ ਮੈਂ ਆਹ ਚੀਜ਼ ਕਰ ਸਕਦਾ ਸੀ, ਯਾਰ ਆਹ ਕਿੱਡਾ ਸੋਹਣਾ ਜੈਸਾ। ਐਜ਼ ਐਕਟਰ ਅਸੀਂ ਸੈਟੀਸਫਾਈਡ ਕਦੇ ਵੀ ਨਹੀਂ, ਕਦੇ ਹੋਣਾ ਵੀ ਨਹੀਂ ਚਾਹੀਦਾ।
ਮੈਂ ਤੁਹਾਡਾ ਰੱਬ ਦਾ ਰੇਡੀਓ ਦੇ ਵਿੱਚੋਂ ਕਿਰਦਾਰ ਹੈ ਉਸ ਦੇ ਬਾਰੇ ਗੱਲ ਕਰਾਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਉਹ ਔਰ ਨੈਗੇਟਿਵ ਕਰੈਕਟਰਸ ਪਲੇ ਕਰਨੇ ਮਤਲਬ ਤੁਸੀਂ ਹੁਣ ਮੈਂ ਤੁਹਾਨੂੰ ਮਿਲ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਵਾਕਈ ਬੜੇ ਪੋਲਾਈਟ ਜਿਹੇ ਪਰਸਨ ਹੋ ਬਟ ਨੈਗੇਟਿਵ ਕਰੈਕਟਰ ਕਰਨੇ ਕਿੰਨਾ ਕੁ ਵੱਡਾ ਚੈਲੰਜ ਹੁੰਦਾ ਹੈ ਆਪਣੇ ਆਪ ਦੇ ਵਿੱਚ। ਚੈਲੰਜ ਹੁੰਦਾ, ਬਹੁਤ ਚੈਲੰਜ ਹੁੰਦਾ। ਤੁਸੀਂ ਜਦੋਂ ਉਹ ਚੀਜ਼ ਨੂੰ ਕਦੇ ਫੀਲ ਹੀ ਨਹੀਂ ਕੀਤਾ, ਕਿਉਂਕਿ ਤੁਸੀਂ ਆਪਦੀ ਸੌਫਟਨੈਸ ਨੂੰ, ਮੈਂ ਰੀਅਲ ਲਾਈਫ ਵਿੱਚ ਵੀ ਆਰਾਮ ਨਾਲ ਬੋਲਦਾ ਤਾਂ ਸੌਫਟਨੈਸ ਕਿਤੇ ਨਾ ਕਿਤੇ, ਹੁਣ ਮੈਂ ਰੀਅਲ ਲਾਈਫ 'ਚ ਮੈਨੂੰ ਲੱਗਦਾ ਕਿਸੇ ਥੱਪੜ ਵੀ ਨਹੀਂ ਮਾਰਿਆ, ਅਸੀਂ ਇਕੱਠੇ ਪੜ੍ਹੇ ਆ, ਮਤਲਬ ਕਦੇ ਲੜੇ ਵੀ ਨਹੀਂ, ਤਾਂ ਮੇਰੇ ਲਈ ਬਹੁਤ ਟਫ ਹੁੰਦਾ ਹੈ। ਔਰ ਵਾਰਨਿੰਗ ਵੇਲੇ ਵੀ ਇੱਕ ਦਿਨ ਸ਼ੂਟ ਹੋਇਆ ਤਾਂ ਸ਼ੂਟ 2 ਦਿਨ ਰੋਕਿਆ। ਅਮਰ ਕਹਿੰਦਾ ਯਾਰ ਸੌਫਟਨੈਸ ਆ ਰਹੀ ਹੈ, ਮੈਂ ਕਿਹਾ ਮੈਨੂੰ ਫਿਰ 2 ਦਿਨ ਦੇ ਵੀ ਮੈਂ ਕਿਵੇਂ, ਹੁਣ ਇੱਕ ਦਿਨ 'ਚ ਤਾਂ ਜਾਣੋ ਰਹੀ। ਤਾਂ ਉਹ ਸਾਰੀਆਂ ਚੀਜ਼ਾਂ, ਔਰ ਇੱਕ ਕਈ ਵਾਰੀ ਐਂ ਹੁੰਦਾ ਕਿ ਤੁਹਾਡਾ ਬਹੁਤ, ਹੁਣ ਪ੍ਰਿੰਸ ਭਾਜੀ ਆਪੋਜ਼ਿਟ ਹੈਗੇ ਸੀ ਪੰਮੇ ਦੇ ਕਰੈਕਟਰ 'ਚ, ਹੁਣ ਰੀਅਲ ਲਾਈਫ ਵਿੱਚ ਬਹੁਤ ਪਿਆਰ ਆ, ਹੁਣ ਜਿਹਦੇ ਨਾਲ ਤੁਹਾਨੂੰ ਪਿਆਰ ਆ ਤੁਸੀਂ ਉਹਦੀ ਜਾਨ ਦੇ ਦੁਸ਼ਮਣ ਬਣਨਾ ਉਹ ਵੀ ਟਫ ਹੁੰਦਾ। ਤਾਂ ਇੱਕ ਤੁਸੀਂ ਪਿੱਛੇ ਜੋ ਤੁਹਾਡਾ ਇੱਕ ਬਣਿਆ ਹੋਇਆ ਉਹਨੂੰ ਬ੍ਰੇਕ ਕਰਨਾ ਬਹੁਤ ਔਖਾ ਸੀ। ਡਾਇਰੈਕਟਰ ਤੇ ਰਾਈਟਰ ਸਾਡੇ ਨਾਲ ਮੌਜੂਦ ਹੈ ਬਲਜੀਤ ਨੂਰ ਸਰ। ਸਰ ਪਹਿਲੇ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਵੱਡੀ ਵੈਬ ਸੀਰੀਜ਼ ਹੈ, ਬੜੇ ਕਮਾਲ ਦੇ ਕਰੈਕਟਰਸ ਹੈ। ਮੇਰਾ ਪਹਿਲਾ ਸਵਾਲ ਇਹ ਹੈ ਤੁਹਾਡੇ ਤੋਂ ਕਿ ਇਸ ਵੈਬ ਸੀਰੀਜ਼ ਦੇ ਵਿੱਚ ਜਿੰਨੇ ਵੀ ਚਿਹਰੇ ਹੈ ਮਤਲਬ ਸਾਰਿਆਂ ਦੇ ਕਰੈਕਟਰਸ ਦੇ ਉੱਪਰ ਕੰਮ ਕੀਤਾ ਗਿਆ, ਤੁਹਾਡੇ ਲਈ ਕਿੰਨਾ ਕੁ ਚੈਲੰਜਿੰਗ ਸੀ ਸੈੱਟ ਦੇ ਉੱਪਰ ਸਭ ਨੂੰ ਜੋੜ ਕੇ ਰੱਖਣਾ? ਥੈਂਕ ਯੂ ਜੀ। ਪਹਿਲੇ ਤਾਂ ਸਪੋਕਸਮੈਨ ਦਾ ਸਾਰੇ ਜਿੰਨੇ ਦਰਸ਼ਕ ਦੇਖ ਰਹੇ ਆ ਤੁਹਾਡਾ ਤਹਿ ਦਿਲੋਂ ਧੰਨਵਾਦ, ਕਿਉਂਕਿ ਤੁਸੀਂ ਸਾਡੇ ਤੱਕ ਆਉਂਦੇ ਹੋ ਤਾਂ ਸਾਡੀ ਗੱਲ ਲੋਕਾਂ ਤੱਕ ਪਹੁੰਚਦੀ ਹੈ ਅਤੇ ਸਾਨੂੰ ਸਾਡੇ ਓਰੀਜਨਲ ਜਾਂ ਸਹੀ ਰਿਵਿਊ ਮਿਲਦੇ, ਅਸੀਂ ਕੀ ਸਹੀ ਮੇਕ ਕਰ ਸਕਦੇ ਹਾਂ, ਕੀ ਸਾਨੂੰ ਨਹੀਂ ਕਰਨਾ, ਸਾਨੂੰ ਸਾਡੀਆਂ ਬਾਊਂਡੇਸ਼ਨਸ ਦਾ ਪਤਾ ਲੱਗਦਾ। ਦੂਸਰੀ ਗੱਲ ਤੁਹਾਡੇ ਸਵਾਲ ਦੀ ਰਹੀ ਕਿ ਇਹਦੇ ਵਿੱਚ ਸਭ ਤੋਂ ਵੱਡਾ ਚੈਲੰਜ ਇਹ ਸੀ ਪਹਿਲੇ ਤੇ ਕਿ ਅਸੀਂ ਕੋਈ ਵੀ ਇੱਦਾਂ ਦਾ ਸਿੰਗਰ ਪ੍ਰਮੋਟ ਨਹੀਂ ਕਰ ਰਹੇ। ਕੋਈ ਉਹ ਗਲਤ ਗੱਲ ਨਹੀਂ, ਚਲੋ ਹਰ ਚੀਜ਼ ਨੂੰ ਹੁੰਦਾ। ਥੀਏਟਰ ਦੇ ਮਜ਼ੇ ਹੋਏ ਕਰੈਕਟਰ ਆਰਟਿਸਟ ਜਿਹੜੇ ਸੀ ਉਹ ਲਏ। ਤਕਰੀਬਨ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਸਾਨੂੰ 4 ਸਾਲ ਮੈਂ ਪਹਿਲਾਂ ਇਹ ਕਹਾਣੀ ਲਿਖੀ, ਜਦੋਂ ਫਿਲਮਾਉਣ ਤੋਂ ਪਹਿਲੇ 4-5 ਮਹੀਨੇ ਪਹਿਲਾਂ ਇਹਨੂੰ ਤੋੜ ਕੇ ਦੁਬਾਰਾ ਲਿਖਣਾ ਪਿਆ। ਧੀਰਜ 'ਤੇ ਮੈਂ ਕਾਫੀ ਚੀਜ਼ਾਂ ਡਿਸਕਸ ਕਰਦੇ ਰਹਿੰਦੇ ਸੀ ਅਤੇ ਜਦੋਂ ਹਰ ਕਰੈਕਟਰ ਨੂੰ ਇੱਕ ਵੱਖਰੀ ਵੱਖਰੀ ਲੁੱਕ ਦਿੱਤੀ ਗਈ। ਜਦੋਂ ਮੈਂ ਰੈਕੀ 'ਤੇ ਗਿਆ, ਜਿਹਨੂੰ ਅਸੀਂ ਕਹਿੰਦੇ ਲੋਕੇਸ਼ਨਸ ਹੰਟਿੰਗ ਲਈ ਗਏ ਹਾਂ, ਅਤੇ ਮੈਂ ਡੀਪ ਰਾਜਸਥਾਨ ਗਿਆ। ਮੇਰਾ ਸਭ ਤੋਂ ਪਹਿਲਾ ਵੱਡਾ ਇਹ ਕੰਮ ਸੀਗਾ ਮੈਂ ਰਾਜਸਥਾਨ ਜਾਵਾਂ, ਜਿਹੜੇ ਰਾਜਸਥਾਨ ਦੇ ਕਰੈਕਟਰਸ ਦੇ ਨੇ। ਮੈਂ ਬੜੇ ਲੋਕਾਂ ਨੂੰ ਦੇਖਿਆ, ਉਹਨਾਂ ਦੀਆਂ ਫੋਟੋ ਵੀ ਪਿਕ ਕੀਤੀਆਂ। ਮੈਂ ਜਦੋਂ ਝੌਂਪੜੀਆਂ ਦੇ ਵਿੱਚ ਗਿਆ, ਜਿੱਦਾਂ ਕਰੈਕਟਰਸ ਅਗਲੀ ਵਾਰੀ ਖੁੱਲ੍ਹਣਗੇ, ਤਾਂ ਮੈਂ ਉੱਥੇ ਵੇਖਿਆ ਨੈਚੁਰਲੀ ਹੀ ਕਈ ਸ਼ਰਾਬੀ ਸੀ। ਇੱਕ ਬਹੁਤ ਸੋਹਣੀ, ਉਹ ਮੈਂ ਤੁਹਾਨੂੰ ਸਿਚੁਏਸ਼ਨ ਦੱਸਣਾ ਚਾਹੁੰਦਾ, ਧੀਰਜ ਨਾਲ ਵੀ ਕਦੇ ਡਿਸਕਸ ਨਹੀਂ ਹੋਈ। ਮੈਂ ਇੱਕ ਬੰਦਾ ਦੇਖਿਆ, ਉਹਨਾਂ ਨੂੰ ਮੈਂ ਪੁੱਛਿਆ ਕੌਣ ਹੈ, ਕਹਿੰਦਾ ਵੀ ਇਹ 36 ਤੋਂ 37 ਕਿੱਲੇ ਦਾ ਮਾਲਕ ਸੀਗਾ, ਇਹ ਛੱਡ ਕੇ ਆ ਗਿਆ, ਇਹਦਾ ਕੁੜੀ ਨਾਲ ਜਿਹੜੀ ਨਾਲ ਚਾਹੁੰਦਾ ਸੀ ਵਿਆਹ ਨਹੀਂ ਹੋਇਆ, ਹੁਣ ਉਹ ਝੁੱਗੀਆਂ 'ਚ ਰਹਿ ਰਿਹਾ। ਔਰ ਭੈਣੇ ਉਹਨੇ ਕੀ ਕੀਤਾ ਹੋਇਆ, ਸੰਗਲ ਬੰਨੇ ਹੋਏ ਸਾਰੇ ਆਦੇ ਆਪ ਨੂੰ, ਦਾਰੂ ਦੀ ਗਲਾਸ ਉਹਦੇ, ਅਤੇ ਚੱਪਲਾਂ ਉਹਨੇ ਹੱਥ 'ਚ ਫੜੀਆਂ ਹੋਈਆਂ। ਅਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਇਹ ਕੌਣ ਹੈ, ਕਹਿੰਦਾ ਇਹਨੇ 7 ਕਤਲ ਕੀਤੇ ਆ। 7 ਕਤਲ ਕਰਨ ਤੋਂ ਬਾਅਦ ਇਹ ਜਦੋਂ ਗਿਆ, ਇਹਨੂੰ ਸਾਰੀ ਜ਼ਮੀਨ ਵੇਚ ਕੇ ਛੁਡਾ ਲਿਆ ਗਿਆ। ਉਦੋਂ ਤੋਂ ਬਾਅਦ ਇਹ ਅਪਸੈਟ ਹੈ, ਇੱਦਾਂ ਦਾਰੂ ਪੀਂਦਾ। ਤੋ ਰੀਅਲ ਕਰੈਕਟਰ ਦੇਖੇ, ਉਹਨਾਂ ਦਾ ਪਹਿਰਾਵਾ ਦੇਖਿਆ, ਗੱਲ ਇਹ ਕਰਨ ਦਾ ਮੀਨਿੰਗ ਇਹਦੇ ਵਿੱਚ ਇੱਕ ਬਹੁਤ ਸੋਹਣਾ ਕਰੈਕਟਰ ਹੈ ਬਿੱਕਾ। ਕਿੰਨੇ ਇਹੋ ਜਿਹੇ ਕਰੈਕਟਰਸ ਜਿਹੜੇ ਰਾਜਸਥਾਨੀ ਨਾਮ ਦੇ ਨਾਲ ਨਾਲ ਉਹਨਾਂ ਦੀ ਲੁੱਕ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਇੱਕ ਕਰੈਕਟਰ ਨੂੰ ਅਸੀਂ ਉਹਦਾ ਨਾਮ ਦਿੰਦੇ ਹਾਂ ਅਤੇ ਉਹਦਾ ਪਹਿਰਾਵਾ ਉੱਦਾਂ ਦੇ ਦੇਵਾਂਗੇ, ਅਤੇ ਅਸੀਂ ਜਿਹੜੀ ਗੱਲ ਕਹਿਣਾ ਚਾਹੁੰਦੇ ਹਾਂ 50% ਤਾਂ ਅਸੀਂ ਪਹਿਲਾਂ ਹੀ ਉਹਦੇ ਵਿੱਚ ਉਹ ਦਾ ਹੱਲ ਕੱਢ ਚੁੱਕੇ ਹਾਂ। ਬਾਕੀ ਸਾਡੇ ਡਾਇਲੋਗ, ਸਾਡੀ ਮੇਕਿੰਗ ਦੱਸ ਦਊਗੀ। ਸੋ ਇੰਨੇ ਕਰੈਕਟਰ ਮੈਨੂੰ ਨਹੀਂ ਲੱਗਿਆ ਕਿ ਮੈਨੂੰ ਕੋਈ ਔਖਿਆਈ ਹੋਈ, ਕਿਉਂਕਿ ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਸੀ। ਬੜੇ ਸਾਲ ਇਹਨੂੰ ਲਿਖਿਆ। ਮੈਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਕਿ ਬਾਪ ਨੂੰ ਮਾਣ ਹੁੰਦਾ ਜਦੋਂ ਪੁੱਤ ਜਵਾਨ ਹੁੰਦਾ ਅਤੇ ਕੁਛ ਕਮਾਉਣ ਲੱਗ ਜਾਂਦਾ, ਤਾਂ ਬਾਪ ਛਾਤੀ ਚੌੜੀ ਕਰਕੇ ਦੱਸਦਾ ਲੋਕਾਂ ਦੇ ਵਿੱਚ ਕਿ ਇਹ ਮੇਰਾ ਪੁੱਤ ਆ। ਸੇਮ ਉੱਦਾਂ ਹੀ ਇਹ ਫਿਲਮ ਜਦੋਂ ਲੋਕਾਂ ਦੇ ਸਾਹਮਣੇ ਲਿਆਏ ਆ, ਬਣਾਈ, ਧੀਰਜ ਦਾ, ਦੁੱਗਲ ਸਾਹਿਬ ਦਾ, ਹਰੇਕ ਬੰਦੇ ਦਾ ਆਪਦਾ ਇੱਕ ਵੱਖਰਾ ਕਰੈਕਟਰ ਹੈ ਅਤੇ ਹਰ ਬੰਦੇ ਨੇ ਆਪਦੇ ਕਰੈਕਟਰ 'ਤੇ ਵੀ ਕੰਮ ਕੀਤਾ। ਜਦੋਂ ਮੈਨੂੰ ਪਤਾ, ਜਦੋਂ ਧੀਰਜ ਨਾਲ ਗੱਲ ਹੋਈ, ਮੈਂ ਧੀਰਜ ਨੂੰ ਇਹਦੀ ਪਿੱਠ ਸੁਣਦੀ ਹੈ, ਦੁੱਗਲ ਸਾਹਿਬ ਦੀ ਪਿੱਠ ਸੁਣਦੀ ਹੈ, ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਪੈਸੇ ਹੈ ਨਹੀਂ, ਪਰ ਮੈਂ ਫਿਲਮ ਮੇਕ ਕਰਨੀ ਹੈ। ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ। ਧੀਰਜ 'ਤੇ ਮੈਂ ਮਿਲੇ, ਕਹਿੰਦਾ ਯਾਰ ਮੈਨੂੰ ਪੈਸੇ ਨਹੀਂ ਚਾਹੀਦੇ, ਮੇਕਿੰਗ ਵਧੀਆ ਹੋਣੀ ਚਾਹੀਦੀ। ਮੈਂ ਕਿਹਾ ਉਹ ਮੇਰੇ 'ਤੇ ਛੱਡ ਦੇ। ਸੋ ਕਿਉਂ ਅਸੀਂ ਇਸ ਤੋਂ ਪਹਿਲੇ ਮੈਂ ਕੰਮ ਨਹੀਂ ਸੀ ਕੀਤਾ ਕਿਸੇ ਨਾਲ ਖੁੱਲ੍ਹ ਕੇ ਨਾ। ਮੇਰੇ ਅੰਦਰ ਡਰ ਸੀ, ਜਿਵੇਂ ਧੀਰਜ ਨੇ ਕਿ ਦੱਸਿਆ ਵੀ ਨਰਵਸ ਸੀ, ਮੈਂ ਸੱਚੀਓ ਸੀ, ਕਿਉਂਕਿ ਧੀਰਜ ਦਾ ਇੱਕ ਮੁਕਾਮ ਬਣ ਚੁੱਕਿਆ। ਧੀਰਜ ਇੱਕ ਜਗ੍ਹਾ 'ਤੇ ਆਦੇ ਆਪ ਨੂੰ ਲੈ ਕੇ ਆ ਚੁੱਕਿਆ ਅਤੇ ਮੈਂ ਦੁਨੀਆ ਦੇ ਸਾਹਮਣੇ ਆਉਣਾ ਸੀ। ਬੀਇੰਗ ਏ ਰਾਈਟਰ ਤਾਂ ਮੈਂ ਬਹੁਤ ਕੁਛ ਕਰ ਚੁੱਕਿਆ ਸੀ, ਪਰ ਬੀਇੰਗ ਏ ਡਾਇਰੈਕਟਰ ਮੈਨੂੰ ਕਰਨਾ, ਅਤੇ ਉਹ ਵੀ ਇੱਕ ਉਸ ਯਾਰ ਦੇ ਨਾਲ ਜਿਹਦੇ ਨਾਲ ਅਸੀਂ ਕੀ ਕਹਿੰਦੇ ਬਹੁਤ ਗੱਲਾਂ ਵੀ ਸਾਂਝੀਆਂ ਕਰਦੇ ਹਾਂ, ਅਤੇ ਇਹੋ ਜਿਹੀ ਚੀਜ਼ ਇੱਕ ਕਰਨੀ, ਉਹਨੂੰ ਵੱਖਰਾ। ਹੁਣ ਮੇਰੇ ਅੰਦਰ ਇੱਕ ਤਾਂ ਇਹ ਚੱਲ ਰਿਹਾ ਸੀ ਵੀ ਯਾਰ ਇਹਨੂੰ ਸਮਝਾਵਾਂਗਾ ਕਿੱਦੇ, ਜੇ ਧੀਰਜ ਉਹ ਕਰੈਕਟਰ ਨਹੀਂ ਲੈ ਕੇ ਆ ਰਿਹਾ ਤਾਂ ਸਮਝਾਵਾਂਗਾ ਕਿੱਦੇ। ਜਦੋਂ ਇਹਨੇ ਪਹਿਲਾਂ ਪਲੇ ਕੀਤਾ, ਸਾਨੂੰ ਅਸੀਂ ਇੱਕ ਟੇਕ ਲਿਆ, ਸਾਨੂੰ ਨਹੀਂ ਵਧੀਆ ਲੱਗਿਆ। ਮੈਂ ਕਿਹਾ ਵੀ ਆਪਾਂ ਮੈਨੂੰ ਇਹਨੇ ਹੱਗ ਕੀਤਾ ਅਤੇ ਲੈ ਗਿਆ ਸਾਈਡ 'ਤੇ। ਮੈਨੂੰ ਕਹਿੰਦਾ ਤੂੰ ਕੀ ਚਾਹੁੰਦਾ, ਮੈਨੂੰ ਉਹ ਦੱਸ। ਫਿਰ ਮੈਂ ਇਹਨੂੰ ਦੱਸਿਆ
ਤੇ ਫਿਰ ਸਾਡੀ ਜਿਹੜੀ ਉਹ ਕੌਨਫੀਡੈਂਸ ਸੀਗਾ, ਜੇ ਅਸੀਂ ਕਹਿ ਦਈਏ ਸਾਡੀ ਉਹ ਯਾਰੀ ਵਾਲਾ, ਮੈਂ ਉਹਨੂੰ ਸਾਈਡ ਤੇ ਰੱਖਿਆ। ਫਿਰ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਉਦੋਂ ਬਾਅਦ ਜਦੋਂ ਇਹਦਾ ਕਰੈਕਟਰ ਗੇਲੇ ਦਾ ਇੱਕ ਨਿਕਲ ਗਿਆ, ਫਿਰ ਮੈਨੂੰ ਸੁਣਾਇਆ ਸਾਰਾ ਕੁਝ ਵੀ ਇਹ ਇੰਟਰੋਡਕਸ਼ਨ ਹੈ ਤੇਰੇ ਕਰੈਕਟਰ ਦੀ, ਅਗਲੇ 2 ਸੀਜ਼ਨ ਦੇ ਵਿੱਚ ਉਹ ਗੇਲਾ ਕਿਉਂ ਬਣਿਆ, ਗੇਲਾ ਇੱਥੋਂ ਤੱਕ ਆਇਆ ਕਿਵੇਂ, ਉਹ ਚੀਜ਼ ਕਿੱਦਾਂ। ਤੇ ਜੇ ਰਹੀ ਦੂਸਰੇ ਕਰੈਕਟਰਾਂ ਦੀ ਗੱਲ, ਜਦੋਂ ਤੁਸੀਂ ਪੂਰੀ ਸੀਰੀਜ਼ ਦੇਖੋਗੇ ਤੁਹਾਨੂੰ ਕਾਸਟਿਊਮ, ਹਰ ਬੰਦੇ ਦੀ ਮਦਰ ਟੰਗ ਤੁਹਾਨੂੰ ਦੇਖਣ ਦਾ ਮਜ਼ਾ ਆਊਗਾ। ਸੋ ਸਾਰਾ ਜਿੰਨਾ ਕਾਸਟ ਅਸੀਂ ਵੱਡੇ ਸਾਰੇ ਨਾਮਵਰ ਐਕਟਰਸ ਨੇ ਇਹਦੇ ਵਿੱਚ, ਉਹਨਾਂ ਨੇ ਕਦੇ ਮੈਨੂੰ ਇਦਾਂ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਪਹਿਲੀ ਫਿਲਮ ਡਾਇਰੈਕਟ ਕਰ ਰਿਹਾ। ਹਰੇਕ ਨੇ ਮੈਨੂੰ ਸ਼ਾਬਾਸ਼ ਦਿੱਤੀ। ਦੂਸਰਾ, ਮੈਂ ਤੁਹਾਡੇ ਵਰਗੇ ਭੈਣਾਂ ਭਰਾਵਾਂ ਮੀਡੀਆ ਵਾਲਿਆਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਕਿ ਤੁਸੀਂ ਉਹ ਲੋਕ ਹੋ, ਜਦੋਂ ਤੁਸੀਂ ਸਾਡੀ ਪਿੱਠ ਥਾਪੜੋਗੇ, ਸਾਨੂੰ ਸ਼ਾਬਾਸ਼ ਦਿਓਗੇ, ਤੁਸੀਂ ਵਧੀਆ ਕੀਤਾ, ਸਾਡੀ ਗੱਲ ਲੋਕਾਂ ਤੱਕ ਪਹੁੰਚਾਓਗੇ, ਤੇ ਮੈਂ 101% ਸ਼ੋਰ ਹਾਂ ਕਿ ਪੰਜਾਬੀ ਸਿਨੇਮਾ ਗਰੋ ਕਰੂਗਾ। ਨਵੀਆਂ ਚੀਜ਼ਾਂ, ਨਵੀਂ ਇਨਵੈਂਸ਼ਨ ਹੁੰਦੀਆਂ ਰਹਿਣਗੀਆਂ। ਇਹ ਪਹਿਲੇ ਇੱਕ ਫਿਲਮ ਸੀ, ਉਸ ਤੋਂ ਬਾਅਦ ਇਹਨੂੰ ਵੈਬ ਸੀਰੀਜ਼ 'ਚ ਕਨਵੈਂਟ ਕੀਤਾ ਗਿਆ ਸੀਗਾ। ਤਾਂ ਕੀ ਰੀਰਾਈਟ, ਮਤਲਬ ਚੇਂਜਸ ਕੀ ਕੀਤੇ ਸੀਗੇ? ਇਹ ਜਦੋਂ ਅਸੀਂ ਪਹਿਲੇ ਫਿਲਮ ਲਿਖੀ, ਮੈਂ ਤੇ ਧੀਰਜ ਇੱਕ ਫਿਲਮ ਕਰ ਰਹੇ ਸੀ ਜਿਹੜੀ UK ਸੀ, ਇੰਗਲੈਂਡ ਅਸੀਂ ਫਿਲਮ ਸ਼ੂਟ ਕਰਨੀ ਸੀ, ਸਾਰਾ ਕੁਝ ਹੋ ਚੁੱਕਿਆ ਸੀਗਾ, ਸਾਡੀ ਸਟੋਰੀ ਲਿਖੀ ਗਈ, ਸਿਟਿੰਗ ਹੋਣੀਆਂ ਸ਼ੁਰੂ ਹੋ ਗਈਆਂ, ਤੇ ਲੋਕਡਾਊਨ ਹੋ ਗਿਆ। ਲੋਕਡਾਊਨ ਹੋਇਆ ਤੇ ਚਲੋ UK ਅਸੀਂ ਸਾਰੀ ਰੈਕੀ ਕਰਕੇ ਆ ਗਏ। ਜਦੋਂ ਅਸੀਂ ਜਾਣਾ ਸੀ ਤੇ UK ਦੇ ਵਿੱਚ ਲੋਕਡਾਊਨ ਹੋ ਗਿਆ। ਜਦੋਂ ਲੋਕਡਾਊਨ ਹੋਇਆ 3 ਕੁ ਮਹੀਨੇ ਤਾਂ ਸਭ ਕੁਝ ਹੀ ਰੁਕ ਗਿਆ ਸੀ, ਜ਼ਿੰਦਗੀ ਲੱਗਦੀ ਸੀ ਅਸੀਂ ਪਿੰਜਰੇ 'ਚ ਬੰਦ ਹੋ ਗਏ ਹਾਂ। ਉਦੋਂ ਅਸੀਂ OTTs ਵੇਖਣੇ ਸ਼ੁਰੂ ਕੀਤੇ, ਇੰਗਲਿਸ਼ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ, ਸਾਡਾ ਦਾਇਰਾ ਵਧਿਆ, ਸਾਡੀ ਸੋਚਣ ਦੀ ਸ਼ਕਤੀ ਵਧੀ। ਤਾਂ ਜਦੋਂ ਇਹ ਫਿਲਮ ਲਿਖੀ ਗਈ, ਜਦੋਂ ਪ੍ਰੋਡਿਊਸਰ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਆਪਾਂ ਫਿਲਮ ਬਣਾਉਣੀ ਹੈ। ਜਦੋਂ ਫਿਲਮ ਬਾਰੇ ਅਸੀਂ ਬਜਟਿੰਗ ਵਗੈਰਾ ਸਾਰੀ ਗੱਲ ਕੀਤੀ, ਤੇ ਮੈਨੂੰ ਇਹ ਸੀ ਵੀ ਸਿਨੇਮਾ ਦਾ ਜੇ ਕੁਝ ਪਤਾ ਨਹੀਂ ਕਦੋਂ ਖੁੱਲ੍ਹਣਗੇ ਕਦੋਂ ਨਹੀਂ। ਫਿਰ ਧੀਰਜ ਨਾਲ ਗੱਲ ਹੋਈ, ਦੁੱਗਲ ਸਾਹਿਬ ਨਾਲ ਗੱਲ ਹੋਈ ਕਿ ਉਦੋਂ ਇਹਨਾਂ ਦੀ ਵਾਰਨਿੰਗ ਹਿੱਟ ਹੋ ਚੁੱਕੀ ਸੀ। ਵਾਰਨਿੰਗ ਦੇ 2 ਐਪੀਸੋਡ ਨੇ ਪੂਰਾ ਇੰਡਸਟਰੀ ਦੇ ਵਿੱਚ ਤਹਿਲਕਾ ਮਚਾਤਾ ਸੀਗਾ, ਤੇ ਦੱਸਤਾ ਸੀ ਕਿ ਹਾਂ ਵੈਬ ਸੀਰੀਜ਼ ਨੂੰ ਸਾਡੇ ਪੰਜਾਬੀ ਲੋਕ ਪਸੰਦ ਕਰਦੇ ਆ। ਤੇ ਮੈਂ ਸਾਡੇ ਪ੍ਰੋਡਿਊਸਰ ਸਾਹਿਬ ਕੁਲਦੀਪ ਧਾਲੀਵਾਲ ਜੀ ਹੋਰਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀਰੇ ਬਾਕੀ ਸਭ ਤੁਹਾਡੀਆਂ ਮੰਨੂਗਾ, ਇੱਕ ਮੇਰੀ ਗੱਲ ਮੰਨ ਲਓ, ਆਪਾਂ ਇਹਨੂੰ ਸੀਰੀਜ਼ ਕਨਵਰਟ ਕਰ ਦਈਏ। ਕਹਿੰਦੇ ਕਰੋ, ਪਰ ਮੈਨੂੰ ਨਹੀਂ ਪਤਾ, ਕਿਉਂਕਿ ਉਹਨਾਂ ਦੀ ਪਹਿਲੀ ਫਿਲਮ ਸੀ, ਵੇਚਣਾ ਕਿੱਦਾਂ ਪੈਸਾ। ਬੇਸਿਕਲੀ ਇਹ ਕਿ ਜਦੋਂ ਇੱਕ ਪ੍ਰੋਡਿਊਸਰ ਦਾ ਲੱਗਿਆ ਹੋਇਆ ਪੈਸਾ ਵਾਪਸ ਆ ਜਾਂਦਾ ਹੈ ਨਾ, ਤਾਂ ਉਹਦਾ ਹਿੰਮਤ ਉਹਦੀ ਦੁੱਗਣੀ ਹੋ ਜਾਂਦੀ, ਫਿਰ ਉਹ ਅਗਲੀ ਵਾਰੀ ਬਹੁਤ ਚੰਗੀ ਚੀਜ਼ ਸਾਹਮਣੇ ਲੈ ਕੇ ਆਉਂਦਾ। ਤੇ ਮੈਂ ਵੀਰੇ ਨੂੰ ਕਿਹਾ ਗਰੰਟੀ ਇਸ ਗੱਲ ਦੀ, ਕਰੈਕਟਰ ਆਪਣੇ ਬਹੁਤ ਘੈਂਟ ਨੇ, ਸਬਜੈਕਟ ਘੈਂਟ ਹੈ। ਫਿਰ ਪਹਿਲਾਂ ਇਹਦੇ ਵਿੱਚ ਸੀਗੇ 4 ਹੀਰੋ ਤੇ 2 ਵਿਲਨ। ਤੇ ਜਦੋਂ ਅਸੀਂ ਇਹਨੂੰ ਦੁਬਾਰਾ ਰੀਰਾਈਟ ਕੀਤਾ ਤੇ ਮੈਂ 4-3 ਮਹੀਨੇ ਮੰਗੇ ਸੀਗੇ ਮੈਨੂੰ ਦਿਓ। ਫਿਰ ਫਿਲਮ ਤੋੜੀ ਗਈ। ਫਿਲਮ ਨੂੰ ਤੋੜਨ ਤੋਂ ਬਾਅਦ ਇਹਦਾ ਟਾਈਟਲ ਵੀ ਪਹਿਲੇ ਕੁਝ ਹੋਰ ਸੀ, ਟਾਈਟਲ ਵੀ ਚੇਂਜ ਕੀਤਾ ਗਿਆ। ਟਾਈਟਲ ਚੇਂਜ ਕਰਨ ਤੋਂ ਬਾਅਦ ਜਦੋਂ ਇਸ ਨੂੰ ਦੁਬਾਰਾ ਰੀਰਾਈਟ ਕੀਤਾ ਗਿਆ 3 ਮਹੀਨਿਆਂ ਦੇ ਵਿੱਚ, ਤਾਂ ਤਕਰੀਬਨ 17 ਵਿਲਨ ਨੇ ਇਹਦੇ ਵਿੱਚ ਟੋਟਲੀ, ਜਿਹੜੇ ਹਰ ਬੰਦੇ ਦਾ ਇੱਕ ਕਰੈਕਟਰ ਹੈ, ਉਹ ਦੱਸਦਾ, ਚਾਹੇ ਇੱਕ ਸੀਨ ਆਏ ਨੇ, ਚਾਹੇ 2-2 ਸੀਨ ਆਏ ਨੇ, ਉਹ ਦੱਸਣਗੇ, ਪ੍ਰੈਜ਼ੈਂਸ ਦੱਸਣਗੇ ਸਕਰੀਨ ਦੇ ਉੱਪਰ ਕਿ ਅਸੀਂ ਹੈਗੇ ਹਾਂ। ਫਿਰ 5 ਹੀਰੋ ਸੀ। ਜਦੋਂ ਧੀਰਜ ਨੂੰ ਲਿਆਉਣ ਦੀ ਵਾਰੀ ਆਈ, ਚਲੋ ਮੈਂ ਉਸ ਸਿਨੇਮਾ ਦੇ ਔਨ ਸਕਰੀਨ ਕੁਝ ਗੱਲਾਂ ਨਹੀਂ ਕਰ ਸਕਦਾ। ਧੀਰਜ ਨਾਲ ਗੱਲ ਹੋਈ, ਇਹ ਚਲੋ ਮੇਰਾ ਯਾਰ ਹੈ, ਚੰਗੀ ਗੱਲ ਹੈ ਵੀ ਇਹਨੇ ਮੇਰਾ ਸਾਥ ਦਿੱਤਾ ਆ। ਮੈਂ ਉਹਨੂੰ ਦੱਸਿਆ ਇਹ ਸ਼ੂਟ ਕਰਦਾ ਸੀ, ਮੈਂ ਕਿਹਾ ਕਿ ਤੂੰ ਕਿੱਥੇ, ਮੈਂ ਇਮੋਸ਼ਨਲ ਸੀ ਉਸ ਦਿਨ। ਮੈਂ ਕਿਹਾ ਤੂੰ ਕਿੱਥੇ, ਇੱਕ ਪ੍ਰੋਬਲਮ ਹੈਪਨਸ ਹੈ, ਅਤੇ ਮੇਰੇ ਲਈ ਇਹ ਫਿਲਮ ਬਣਨੀ ਬਹੁਤ ਜ਼ਰੂਰੀ ਹੈ, ਅਤੇ ਰਿਲੀਜ਼ ਹੋਣੀ ਬਹੁਤ ਜ਼ਰੂਰੀ ਹੈ। ਉਹ ਬਾਅਦ ਦੀ ਗੱਲ, ਰਿਜ਼ਲਟ ਇਹਦੇ ਕੀ ਆ। ਇਹ ਮੇਰੇ ਕੋਲ ਆਇਆ ਸੀ, ਚਾਹ ਕਾਫੀ ਪੀਤੀ, ਕਹਿੰਦਾ ਗੱਲ ਕੀ ਹੋਈ। ਇਹਦੀ ਬਹੁਤ ਸੋਹਣੀ ਗੱਲ, ਇਹਦੀ ਪਿੱਠ ਦੇ ਪਿੱਛੇ ਵੀ ਤਾਰੀਫ ਕਰਦਾ ਨੇ ਮੂੰਹ 'ਤੇ। ਇਹ ਕਹਿੰਦਾ ਵੀ ਤੂੰ ਰੀਸ਼ੂਟ ਕਰੇਗਾ ਉਹਦਾ ਫਾਇਦਾ ਕੋਈ ਨਹੀਂ। ਤੂੰ ਇਸ ਚੀਜ਼ ਨੂੰ, ਉਸ ਬੰਦੇ ਨੂੰ ਇਹ ਸਮਝਾ ਕਿ ਇਹ ਫਿਲਮ ਸਾਰੀ ਉਮਰ ਉਹਨੂੰ ਇੱਕ ਨਾਮ ਦਊਗੀ, ਪੈਸੇ 4 ਦਿਨ ਹੀ ਉਹਦੇ ਨਾਲ ਕੱਢਣਗੇ। ਅਤੇ ਮੈਂ ਨੈਚੁਰਲੀ ਭੈਣੇ ਸਾਰਾ ਕੁਝ ਖੋਲ੍ਹ ਕੇ ਉਹਨਾਂ ਨਾਲ ਗੱਲ ਕੀਤੀ, ਸਾਰਾ ਕੁਝ ਹੋਇਆ। ਇਹਨੇ ਸੈਕਿੰਡ ਸੀਜ਼ਨ ਆਉਣਾ ਸੀ, ਜਦ ਕਿ ਇਹਨੂੰ ਸਟੋਰੀ ਸਾਰੀ ਸੁਣਾ ਚੁੱਕਿਆ ਸੀ। ਸੈਕਿੰਡ ਸੀਜ਼ਨ ਦੇ ਵਿੱਚ ਇਹਨੇ ਐਂਟਰੀ ਹੋਣੀ ਸੀਗੀ। ਫਿਰ ਜਦੋਂ ਅਸੀਂ ਸਾਰੀ ਫਿਲਮ ਜੋੜੀ, ਦੇਖਿਆ, ਮੈਂ ਕਿਹਾ ਯਾਰ ਵੀ ਆਪਾਂ ਸ਼ੂਟ ਕਰਾਂਗੇ। ਕਹਿੰਦਾ ਡਨ, ਮੈਨੂੰ ਕੋਈ ਦਿੱਕਤ ਨਹੀਂ, ਪਰ ਸਕ੍ਰਿਪਟ ਮੈਨੂੰ ਦੇ, ਕਿਉਂਕਿ ਇਹਦੀ ਬਹੁਤ ਖਾਸੀਅਤ ਹੈ, ਵਧੀਆ ਗੱਲ ਹੈ, ਇਹਦੀ ਇਨਪੁਟਸ ਪਾਉਂਦਾ। ਸਕ੍ਰਿਪਟ ਪੜ੍ਹੀ, ਮੈਨੂੰ ਕਹਿੰਦਾ ਡਨ। ਕਾਸਟਿਊਮ, ਮੈਂ ਕਿਹਾ ਫਿਰ ਮੈਨੂੰ 4 ਦਿਨ ਦੇ ਮੈਂ ਤੈਨੂੰ ਕਾਸਟਿਊਮ ਵੀ ਡਿਜ਼ਾਈਨ ਕਰਕੇ ਦੇਣ। ਜਦੋਂ ਕਾਸਟਿਊਮ ਭੇਜੇ, ਅਸੀਂ ਪਹਿਲੇ ਦਿਨ ਸ਼ੂਟ ਕੀਤਾ, ਅਤੇ ਮੇਰੇ ਖਿਆਲ ਸਭ ਕੁਝ ਠੀਕ ਸੀ, ਅਤੇ ਬਹੁਤ ਘੈਂਟ ਤਰੀਕੇ ਨਾਲ ਭੈਣੇ ਵੀ ਇਹ ਸਾਰਾ ਕੁਝ ਅਸੀਂ ਕੀਤਾ। ਧੀਰਜ, ਮੇਰਾ ਅਗਲਾ ਸਵਾਲ ਤੁਹਾਡੇ ਤੋਂ ਹੈ। ਵਾਰਨਿੰਗ ਤੁਹਾਡੀ ਬਹੁਤ ਵੱਡੀ ਹਿੱਟ ਹੋਈ ਹੈ, ਇਸ ਦੇ ਬਾਰੇ ਅਸੀਂ ਗੱਲ ਵੀ ਕਰ ਰਹੇ ਹਾਂ। ਜਦੋਂ ਤੁਸੀਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੁੰਦੇ ਆ, ਤੁਸੀਂ ਕੋਈ ਵੀ ਕਰੈਕਟਰ ਪਲੇ ਕਰਨ ਲਈ ਰੈਡੀ ਹੋ ਜਾਂਦੇ ਹੋ, ਲੇਕਿਨ ਹੁਣ ਕੀ ਤੁਸੀਂ ਚੂਜ਼ ਹੋ ਗਏ ਹੋ ਆਪਣੇ ਕਰੈਕਟਰਸ ਨੂੰ ਲੈ ਕੇ? ਨਹੀਂ, ਮੈਂ ਰੈਡੀ ਰਹਿਣਾ ਹਮੇਸ਼ਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਸਾਰੀਆਂ ਫਿਲਮਾਂ ਕਰਾਂ, ਚਾਹੇ ਇੱਕ ਦਿਨ ਦਾ ਕਰੈਕਟਰ ਹੋਵੇ। ਹੁਣ ਯਾਰ ਮੇਰਾ ਤਿਤਲੀਆਂ ਵਰਗਾ, ਉਹਦੇ 'ਚ ਮੈਂ ਗੈਸਟ ਅਪੀਅਰੈਂਸ ਕੀਤੀ ਆ। ਗਿੱਪੀ ਵੀਰਾ ਮੈਨੂੰ ਕਹਿੰਦਾ ਕਿਆ ਕਰੈਕਟਰ ਕਰੇਂਗਾ। ਮੈਂ ਕਿਹਾ ਜੀ ਕਰੂੰਗਾ। ਕਹਿੰਦਾ ਯਾਰ ਤੂੰ, ਇਹ ਤਾਂ ਛੋਟਾ ਕਰੈਕਟਰ ਆ, ਵੀ ਤੂੰ ਨਾ ਕਿਉਂ ਨਹੀਂ ਕੀਤੀ। ਮੈਂ ਕਿਹਾ ਜੀ ਮੈਂ ਐਕਟਰ ਹਾਂ, ਮੈਂ ਕਿਉਂ ਨਾ ਕਰੂੰਗਾ। ਕੰਮ ਕਰਦੇ ਰਹਿਣਾ ਚਾਹੀਦਾ। ਕਦੇ ਵੀ ਕੋਈ ਵੀ ਫਿਲਮ ਆਪਾਂ ਨਹੀਂ ਸੋਚ ਸਕਦੇ
ਕਿ ਉਹ ਕਿਵੇਂ ਦੀ ਹੋਊਗੀ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਸਭ ਤੋਂ ਜ਼ਿਆਦਾ, ਮੈਂ ਨਵੀਆਂ ਟੀਮਾਂ ਨਾਲ ਕੰਮ ਕਰਦਾ। ਮੈਂ ਜ਼ਿਆਦਾਤਰ ਫਿਲਮਾਂ ਨਵੇਂ ਪ੍ਰੋਡਕਸ਼ਨ ਹਾਊਸ 'ਚ ਕੀਤੀਆਂ ਹੋਈਆਂ ਨੇ ਤਾਂ ਕਿ ਇੱਕ ਹੋਰ ਟੀਮ ਐਂਟਰ ਹੋਏ ਅਤੇ ਦਾਇਰਾ ਵੱਡਾ ਹੋਵੇ। ਔਰ ਸਪੋਰਟ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਕੋਈ ਐਂਟਰ ਹੋ ਰਿਹਾ, ਜੇ ਕੋਈ ਨਵੀਂ ਟੀਮ ਆ ਰਹੀ ਹੈ, ਯਕੀਨ ਬਲੀਵ ਦੀ ਗੇਮ ਆ। ਜੇ ਵਾਰਨਿੰਗ ਲਈ ਗਿੱਪੀ ਵੀਰੇ ਨੇ ਸਾਡੇ 'ਤੇ ਬਲੀਵ ਨਾ ਕੀਤਾ ਹੁੰਦਾ ਤਾਂ ਵਾਰਨਿੰਗ ਕਿਵੇਂ ਬਣਦੀ। ਉਹ ਸਾਰੀ ਟੀਮ ਹੀ, ਅਮਰ ਵੀਰਾ, ਪ੍ਰਿੰਸ ਵੀਰਾ, ਸਾਰੀ ਟੋਟਲੀ ਟੀਮ 'ਤੇ ਬਲੀਵ ਕੀਤਾ ਸੀ ਵੀਰੇ ਨੇ ਕਿ ਹਾਂ ਆਪਾਂ ਆਹ ਚੀਜ਼ ਕਰਾਂਗੇ। ਉਹ ਬਲੀਵ ਦੀ ਗੱਲ ਆ। ਉਹ ਚੀਜ਼ ਫਿਰ ਗਿੱਪੀ ਵੀਰੇ 'ਚੋਂ ਨੈਚੁਰਲੀ ਸਾਡੇ 'ਚ ਆ ਗਈ ਕਿ ਹਾਂ ਯਾਰ ਬਲੀਵ ਕਰਨਾ। ਜੇ ਕਿਸੇ ਨੇ ਪ੍ਰੋਜੈਕਟ ਆ ਤਾਂ ਤੁਸੀਂ ਉਹਦੇ ਵਿੱਚ ਇਨਵੋਲਵ ਹੋ ਕੇ ਉਹਨੂੰ ਅੱਛਾ ਬਣਾ ਸਕਦੇ। ਆਪਾਂ ਬਾਹਰੋਂ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਾਂ ਵੀ ਇਹ ਫਿਲਮ ਅੱਛੀ ਨਹੀਂ ਬਣੀ, ਇਹ ਫਿਲਮ ਬਹੁਤ ਮਾੜੀ ਆ, ਇਹ ਫਿਲਮ ਬਣਨੀ ਬਹੁਤ ਔਖੀ। ਜਦੋਂ ਤੁਸੀਂ ਪ੍ਰੋਸੈਸ 'ਚ ਜਾਂਦੇ ਹੋ ਤੁਸੀਂ ਉਦੋਂ ਹੀ ਸਮਝ ਸਕਦੇ ਹੋ। ਮੈਂ ਲਿਟਰਲੀ ਕਹਿ ਸਕਦਾ ਕਿ ਕੋਈ ਆਡੀਅנס ਜੋ ਇੱਕ ਬੰਦਾ ਉੱਠ ਕੇ ਮੇਰੇ ਨਾਲ ਪੂਰੀ ਫਿਲਮ ਦੇ ਪ੍ਰੋਸੈਸ 'ਚ ਰਹੇ ਅਤੇ ਉਸ ਤੋਂ ਬਾਅਦ ਉਹ ਪੂਰੀ ਜ਼ਿੰਦਗੀ ਕਿਸੇ ਫਿਲਮ ਨੂੰ ਮਾੜਾ ਨਹੀਂ ਕਹੂਗਾ, ਕਿਉਂਕਿ ਕਿੰਨਾ ਜ਼ੋਰ ਲੱਗਿਆ ਹੁੰਦਾ। ਉਹ ਤਾਂ ਕਈ ਵਾਰੀ ਨਈ ਚੀਜ਼ ਵਰਕ ਹੋਈ। ਪਰਸਨਲ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਕਰੇਲਾ ਮੈਨੂੰ ਨਹੀਂ ਪਸੰਦ, ਮੈਂ ਕਰੇਲੇ ਦੀ ਸਬਜ਼ੀ ਨਹੀਂ ਖਾਂਦਾ। ਮੈਂ ਕਹਿ ਦਿੰਦਾ ਹੁੰਦਾ ਕਿ ਮੈਨੂੰ ਕਰੇਲਾ ਨਹੀਂ ਪਸੰਦ, ਮੈਂ ਮੋਮ ਨੂੰ ਕਹਿੰਦਾ ਮੈਂ ਕਰੇਲੇ ਨਹੀਂ ਬਣਾਉਣੇ, ਮੈਨੂੰ ਕਰੇਲਾ ਵਧੀਆ ਨਹੀਂ ਲੱਗਦਾ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਕਰੇਲੇ 'ਚ ਗੁਣ ਨਹੀਂ ਹੈਗਾ। ਕਰੇਲਾ ਮੈਨੂੰ ਨਹੀਂ ਵਧੀਆ ਲੱਗਦਾ, ਇਹ ਸਾਡੀ ਪ੍ਰੋਬਲਮ ਆ। ਅਸੀਂ ਕਹਿ ਦਿੰਦੇ ਕਿ ਇਹ ਫਿਲਮ ਮਾੜੀ ਆ। ਉਹ ਫਿਲਮ ਮਾੜੀ ਨਹੀਂ ਹੁੰਦੀ, ਉਹ ਫਿਲਮ ਸਾਨੂੰ ਨਹੀਂ ਵਧੀਆ ਲੱਗ ਰਹੀ ਹੁੰਦੀ। ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਫਿਲਮ ਮਾੜੀ ਆ। ਟੇਸਟ ਹੁੰਦਾ ਹਰ ਬੰਦੇ ਦਾ। ਧੀਰਜ ਦੀ ਗੱਲ ਠੀਕ ਹੈ, ਧੀਰਜ ਬਿਲਕੁਲ ਸਹੀ ਹੈ। ਸੌਰੀ ਮੈਂ ਨਹੀਂ ਮੈਂ ਅੱਗੇ ਵੀ ਗੱਲ ਕੀਤੀ, ਕਾਲਾਪਨ ਸਾਡੇ 'ਚ ਬਹੁਤ ਛੇਤੀ ਹੈ। ਕਾਲਾਪਨ ਸਟੇਟਮੈਂਟ ਦੇ ਦੇਣਾ ਕਿਸੇ ਬਾਰੇ। ਮੈਂ ਇਹ ਨਹੀਂ ਕਹਿੰਦਾ ਤੁਸੀਂ ਆਜ਼ਾਦ ਮੁਲਕ ਦੇ ਆਜ਼ਾਦ ਵਾਸੀ ਹੋ, ਤੁਸੀਂ ਆਦਾ ਜਦੋਂ ਅਸੀਂ ਇੱਕ ਚੀਜ਼ ਲਿਖ ਦਿੰਦੇ ਹਾਂ ਫਿਲਮ ਦੇ ਵਿੱਚ ਟੋਟਲੀ ਇੰਟਰਟੇਨਮੈਂਟ, ਤਾਂ ਤੁਸੀਂ ਉਹਨੂੰ ਇੰਟਰਟੇਨਮੈਂਟ ਦੇ ਨਜ਼ਰੀਏ ਨਾਲ ਦੇਖੋ ਕਿ ਵੇਖੋ ਜੇ ਤਾਂ ਗਲਤੀਆਂ ਕੱਢਣੀਆਂ ਤਾਂ ਮੇਰੇ ਖਿਆਲ ਇਨਸਾਨ ਇੱਥੇ ਕੋਈ ਪਰਪੱਕ ਨਹੀਂ ਗਾ, ਪੂਰਾ ਨਹੀਂ ਹੈਗਾ। ਪਰ ਜੇ ਤੁਸੀਂ ਇੰਟਰਟੇਨਮੈਂਟ, ਹਾਂ ਮੈਂ ਕਹਿੰਦਾ ਮੈਂ ਤੇ ਧੀਰਜ ਬੈਠੇ ਹਾਂ, ਅਸੀਂ ਗੱਲ ਕਰਦੇ ਹਾਂ, ਨਾਲੇ ਤਾਂ ਅਸੀਂ ਕਹਿੰਦੇ ਹਾਂ ਵੀ ਸਿਨੇਮਾ ਚੇਂਜ ਹੋਣਾ ਚਾਹੀਦਾ, ਅਸੀਂ ਚੁਟਕਲਿਆਂ ਤੋਂ ਬਾਹਰ ਨਿਕਲੀਏ। ਮੈਂ ਅੱਗੇ ਵੀ ਇੱਕ ਆਫ ਸਕਰੀਨ ਵੀ ਔਨ ਸਕਰੀਨ ਵੀ ਗੱਲ ਕੀਤੀ ਹੈ। ਜਦੋਂ ਅਸੀਂ ਕੁਛ ਨਵਾਂ ਲੈ ਕੇ ਆਵਾਂਗੇ ਨੈਚੁਰਲੀ ਉਹਦੇ 'ਚ 2-4 ਕਮੀਆਂ ਵੀ ਆਉਣਗੀਆਂ ਨਾਲ, ਕਿਉਂਕਿ ਉਹ ਇੱਕ ਨਵਾਂ ਪੈਟਰਨ ਤੋਂ ਹਟ ਕੇ ਕੀਤਾ। ਜਿਹੜੇ ਨਵੇਂ ਮੇਕਰਸ ਆਉਣਗੇ, ਛੋਟੇ ਸਾਡੇ ਭੈਣਾਂ ਭਰਾ ਜਿਨ੍ਹਾਂ ਨੇ ਸਿਨੇਮਾ ਦੇ ਵਿੱਚ ਉਹ ਸਰਵਿਸ ਕਰਨੀ ਹੈ, ਕਿੰਨੇ ਸਾਲ ਉਹਨਾਂ ਨੇ ਸਰਵ ਕਰਨਾ ਇਸ ਇੰਡਸਟਰੀ ਨੂੰ, ਉਹਨਾਂ ਲਈ ਇੱਕ ਆਪਸ਼ਨ ਖੁੱਲ੍ਹੀਆਂ। ਕਿਉਂਕਿ ਮੈਂ ਅੱਗੇ ਕਹਿੰਦਾ ਉਹਨਾਂ ਜੇ ਵਾਰਨਿੰਗ ਨਾ ਆਉਂਦੀ ਤਾਂ ਸ਼ਾਇਦ ਤਖਤਗੜ੍ਹ ਦਾ ਮੈਂ ਸੁਪਨਾ ਨਾ ਦੇਖਦਾ। ਲਿਖ ਕੇ ਮੈਂ 4 ਸਾਲ ਪਹਿਲਾਂ ਬੈਠਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਪ੍ਰੋਡਿਊਸਰ ਨੂੰ ਕਨਵਿੰਸ ਕਿੱਦਾਂ ਕਰੂੰਗਾ, ਯਾਰ ਠਾਠ ਹੋ ਗਾਲਾਂ ਗਲੋਚਾਂ ਕਿਵੇਂ ਕਰਾਂਗਾ। ਪਰ ਜਦੋਂ ਵਾਰਨਿੰਗ ਆਈ ਤਾਂ ਵਾਰਨਿੰਗ ਨੇ ਇੰਡਸਟਰੀ ਦਾ ਦਾਇਰਾ ਵੱਡਾ ਕੀਤਾ। ਅਸੀਂ ਲੋਕਾਂ ਤੱਕ, ਮੈਂ ਨਹੀਂ ਕਹਿੰਦਾ ਤਖਤਗੜ੍ਹ ਵੀ ਬਸੀ ਬੜੀ ਬਾਕਮਾਲ, ਸਾਨੂੰ ਜਿੰਨਾ ਸਾਡੇ 'ਚ ਮਾਈਂਡ ਸੀ, ਸਾਡਾ ਪੈਸਾ ਸੀ, ਪੋਜੀਸ਼ਨ ਸੀ, ਜਾਂ ਸਾਡੇ ਕੋਲ ਸੋਰਸਿਸ, ਉਹਦੇ ਹਿਸਾਬ ਨਾਲ ਅਸੀਂ ਬਣਾਈ, ਤੁਹਾਡੇ ਤੱਕ ਲੈ ਕੇ ਆਏ ਹਾਂ। ਤੁਹਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਸੈਕਿੰਡ ਸੀਜ਼ਨ 'ਚ ਠੀਕ ਕਰ ਸਕੀਏ ਸਾਰੀਆਂ ਚੀਜ਼ਾਂ। ਪਰ ਕਾਲਾਪਨ ਹੈ ਨਾ ਜਿਹੜਾ, ਉਹ ਨਾ ਅਸੀਂ ਵਰਤੀਏ, ਉਹਦੇ ਲਈ ਥੋੜ੍ਹੀ ਵੇਟ ਕਰੀਏ। ਗਿੱਪੀ ਬਾਜੀ ਨੇ ਵੀ ਕਿਹਾ ਸੀ ਕਿ ਵਾਰਨਿੰਗ ਉਹਨਾਂ ਲਈ ਚੈਲੰਜ ਸੀ ਕਿ ਲੋਕ ਉਹਨੂੰ ਕਿਵੇਂ ਲੈਣਗੇ, ਪਰ ਅਸੈਪਟ ਹੋ ਗਈ। ਹਾਂ ਮਤਲਬ ਐਜ਼ ਅ ਕਰੈਕਟਰ ਤੁਹਾਨੂੰ ਜਿਹੜਾ ਕਰੈਕਟਰ ਦੱਸ ਦਿੱਤਾ ਗਿਆ, ਕਿਉਂਕਿ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਹੁੰਦੇ ਆ ਔਰ ਇੱਕ ਰਾਈਟਰ ਡਾਇਰੈਕਟਰ ਉੱਥੋਂ ਹੀ ਉਹਨਾਂ ਕਿਰਦਾਰਾਂ ਨੂੰ ਲੈਂਦਾ। ਅਸੀਂ ਬਾਹਰ ਤੇ ਉਸ ਤਰ੍ਹਾਂ ਦੇ ਪਰਸਨ ਹੁੰਦੇ ਹੀ ਹਾਂ, ਚਾਹੇ ਜਿਸ ਤਰ੍ਹਾਂ ਸਰ ਗੱਲ ਕਰ ਰਿਹਾ ਐਬਿਊਜ਼ਿਵ ਵਰਡ ਯੂਜ਼ ਕਰਨੇ ਜਾਂ ਲੜਾਈ ਮਾਰਦਾਰ, ਜਦੋਂ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਤਾਂ ਲੋਕਾਂ ਦਾ ਰਿਐਕਸ਼ਨ ਚੇਂਜ ਹੋ ਜਾਂਦਾ ਹੈ ਕਿ ਇਹ ਚੀਜ਼ਾਂ ਫਿਲਮਾਂ ਦੇ ਵਿੱਚ ਕਿਉਂ ਹੈ। OTT ਦੇ ਨਾਲ ਮਤਲਬ ਚੇਂਜ ਤੇ ਆਇਆ, ਲੇਕਿਨ ਫਿਰ ਵੀ ਸਾਡਾ ਪੰਜਾਬੀ ਸਿਨੇਮਾ ਹਲੇ ਉੱਥੇ ਨਹੀਂ ਆ, ਅਸੀਂ ਉੱਥੇ ਨਹੀਂ ਪਹੁੰਚੇ। ਜਦੋਂ ਕੋਈ ਤੁਹਾਡੇ ਕਿਰਦਾਰ ਦੀਆਂ ਇਹ ਨੈਗੇਟਿਵ ਗੱਲਾਂ ਉਹਨੂੰ ਨੈਗੇਟਿਵ ਲੱਗਦੀਆਂ, ਹਾਲਾਂਕਿ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਕਰੈਕਟਰ ਹੁੰਦੇ ਆ, ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਲੈਂਦੇ ਹੋ? ਮੈਂ ਜ਼ਿਆਦਾ ਰਿਐਕਸ਼ਨ ਨਹੀਂ ਕਰ ਪਾਉਂਦਾ ਜੀ, ਕੋਈ ਵੀ ਰਿਐਕਟ ਚੀਜ਼ 'ਤੇ ਨਹੀਂ ਕਰ ਪਾਉਂਦਾ। ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਕੋਈ ਕਿਸੇ ਨੇ ਨੈਗੇਟਿਵ ਕੋਈ ਗੱਲ ਕਹੀ ਆ, ਮੈਨੂੰ ਲੱਗਦਾ ਕਿ ਹਾਂ ਇਹ ਮੇਰਾ ਫੈਮਿਲੀ ਮੈਂਬਰ ਹੀ ਆ, ਵੀ ਇਹ ਮੇਰੇ ਲਈ ਇੰਨਾ ਚਿੰਤਤ ਆ ਕਿ ਉਹਨੇ ਮੈਨੂੰ ਕਿਹਾ ਹੈ ਕਿ ਹਾਂ ਇਹ ਚੀਜ਼ ਗਲਤ ਆ। ਠੀਕ ਹੈ, ਮੈਨੂੰ ਅਜੀਬ ਉਦੋਂ ਲੱਗਦਾ ਹੁੰਦਾ ਕਿ ਜਦੋਂ ਮੰਨ ਲਓ ਮੈਂ ਕਿਸੇ ਵੀ ਫਿਲਮ ਦੇ ਵਿੱਚ ਮੈਂ ਕੋਈ ਗਾਲ ਕੱਢੀ ਆ, ਤਾਂ ਜਦੋਂ ਮੈਨੂੰ ਕੋਈ ਗਾਲ ਕੱਢ ਕੇ ਕੋਈ ਬੰਦਾ ਕਹਿ ਰਿਹਾ ਹੋਵੇ ਕਿ ਇਹ ਤੂੰ ਕਿਉਂ ਕੀਤਾ, ਮੈਨੂੰ ਉਦੋਂ ਮਤਲਬ ਅਜੀਬ ਲੱਗਦਾ। ਮੈਨੂੰ ਹੁੰਦਾ ਵੀ ਹਾਂ ਚਲੋ, ਫਿਰ ਮੈਨੂੰ ਇਹ ਲੱਗਦਾ ਕਿ ਨਹੀਂ ਯਾਰ ਵੀ ਇਹ ਮੇਰੇ ਆਪਦੇ ਆ ਸਾਰੇ, ਇਹ ਮੈਨੂੰ ਫੋਲੋ ਕਰਦੇ ਆ, ਮੇਰਾ ਕੰਮ ਦੇਖਦੇ ਆ, ਮੈਨੂੰ ਪਿਆਰ ਕਰਦੇ ਆ, ਇਹਨਾਂ ਨੂੰ ਪੂਰਾ ਹੱਕ ਆ ਮੈਨੂੰ ਇਹ ਕਹਿਣ ਦਾ ਕਿ ਵੀਰੇ ਤੁਸੀਂ ਆਹ ਕਿਉਂ ਕੀਤਾ, ਆਹ ਨਹੀਂ ਕਰਨਾ ਚਾਹੀਦਾ ਸੀ। ਉਹ ਚੀਜ਼ ਨਾਲ ਫਿਰ ਮੈਨੂੰ ਇਹ ਹੁੰਦਾ ਕਿ ਹਾਂ ਮੈਂ ਜਦੋਂ ਸੈਕਿੰਡ ਸੀਜ਼ਨ ਕਰੂੰਗਾ ਤਾਂ ਮੈਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੂੰਗਾ। ਔਰ ਇਹ ਵਧੀਆ ਚੀਜ਼ ਆ, ਮੈਨੂੰ ਕਦੇ ਵੀ ਨੈਗੇਟਿਵ ਨਹੀਂ ਲੈਂਦਾ। ਮੈਂ ਕਦੇ ਵੀ ਲਿਟਰਲੀ, ਮੈਨੂੰ ਤੁਸੀਂ ਸੋਸ਼ਲ ਨੈਟਵਰਕ 'ਤੇ ਦੇਖਿਆ ਹੋਵੇ, ਮੈਂ ਕਦੇ ਰਿਐਕਟ ਨਹੀਂ ਕਰਦਾ। ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ। ਮੈਂ ਕਹਿੰਦਾ ਕਿ ਹਾਂ ਹਮੇਸ਼ਾ ਹੀ ਐਪਰੀਸ਼ੀਏਟ ਕਰਨਾ ਚਾਹੀਦਾ।
ਚੰਗੀ ਚੀਜ਼ ਤੇ ਫੋਕਸ ਰੱਖਣਾ ਚਾਹੀਦਾ। ਜਿਵੇਂ ਮੈਂ KGF ਦੇਖ ਕੇ ਆਇਆ, ਹੁਣ KGF 'ਚ ਕਿੰਨੀਆਂ ਗੋਲੀਆਂ ਹੈਗੀਆਂ ਨੇ, ਬਟ ਮੇਰਾ ਗੋਲੀਆਂ ਵੱਲ ਧਿਆਨ ਹੀ ਨਹੀਂ ਗਿਆ। ਮੈਨੂੰ ਇਹ ਸੀ ਕਿ ਹਾਂ ਯਾਰ ਇੱਕ ਅੱਡ ਵਰਡ ਕ੍ਰੀਏਟ ਕੀਤਾ ਗਿਆ, ਅਤੇ ਉਹਦੇ ਵਿੱਚ ਇੱਕ ਬਹੁਤ ਸੋਹਣਾ ਡਾਇਲੋਗ ਆ, ਇੱਕ ਮਦਰ ਬੋਲਦੀ ਆ ਰੌਕੀ ਨੂੰ ਕਿ ਜਿਹੜਾ ਨਸੀਬ ਆ ਉਹ ਤੇਰੇ ਹੱਥ ਦਾ ਹੈ, ਉਹ ਤੇਰੇ ਤੇ ਉਹ ਆ। ਕਹਿੰਦੀ ਜਿਹੜੀ ਦੁਆ ਹੈ, ਜਿਹੜੀਆਂ ਬਲੈਸਿੰਗ ਨੇ ਉਹ ਦੂਜੇ ਤੇ ਡਿਪੈਂਡ ਹੁੰਦੀਆਂ, ਅਤੇ ਉਹ ਚੀਜ਼ਾਂ ਤੈਨੂੰ ਦੂਜੇ ਤੋਂ ਲੈਣੀਆਂ ਪੈਂਦੀਆਂ। ਮੇਰਾ ਧਿਆਨ ਹੀ ਇਸ ਗੱਲ ਵੱਲ ਗਿਆ। ਸੋ ਸਾਡਾ ਧਿਆਨ ਕਿਸ ਗੱਲ ਵੱਲ ਜਾਂਦਾ? ਦੂਸਰੀ ਗੱਲ, ਸਾਡੇ ਹੱਥ 'ਚ ਰਿਮੋਟ ਆ ਅੱਜ ਕੱਲ੍ਹ। ਅਸੀਂ ਅਪ ਸਿਲੈਕਟ ਕਰਦੇ ਹਾਂ, ਅਸੀਂ ਹੋਰ ਚੀਜ਼ ਦੇ ਸਕਦੇ ਹਾਂ, ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਸੋ ਸਾਰੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਇਹ ਸੁਸਾਇਟੀ 'ਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ, ਅਤੇ ਮੈਂ ਕਦੇ ਵੀ ਨੈਗੇਟਿਵ ਨਹੀਂ ਲੈਂਦਾ। ਮੈਨੂੰ ਹੁੰਦਾ ਵੀ ਹਾਂ ਮੇਰੇ ਆਪਦੇ ਨੇ, ਮੈਨੂੰ ਵਧੀਆ ਚੀਜ਼ ਦੱਸ ਰਿਹਾ, ਮੈਂ ਅੱਗੇ ਤੋਂ ਖਿਆਲ ਰੱਖੂੰਗਾ। ਮੈਂ ਵੀ ਇਨਸਾਨ ਹਾਂ, ਮੈਂ ਵੀ ਤਾਂ ਗਲਤ ਹੋ ਸਕਦਾ ਜੀ, ਮੈਂ ਕੋਈ ਹਰ ਜਗ੍ਹਾ ਸਹੀ ਤਾਂ ਨਹੀਂ ਹੋ ਸਕਦਾ। ਕਿਹਾ ਜਾਂਦਾ ਹੈ ਕਿ ਜਿਹੜਾ ਰਾਈਟਰ ਹੈ ਨਾ, ਉਹ ਕਹਿੰਦਾ ਕਿ ਮੈਂ ਉਹ ਕਿਉਂ ਲਿਖਾਂ ਜਿਹੜੇ ਦੂਸਰੇ ਚਾਹੁੰਦੇ ਆ, ਮੈਂ ਉਹ ਲਿਖੂੰਗਾ ਜੋ ਮੈਂ ਲਿਖਣਾ ਚਾਹੁੰਦਾ। ਤੁਸੀਂ ਲਿਖਤਾ ਫਿਲਮ ਦੇ ਕ੍ਰਿਟਿਸਿਜ਼ਮ ਜੋ ਲੋਕ ਕਰ ਰਹੇ ਆ, ਮਤਲਬ ਐਬਿਊਸਿਵ, ਹਾਂ, ਮਤਲਬ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਵੀਰੇ ਬਹੁਤ ਸੋਹਣਾ ਤੁਸੀਂ ਲੱਗੇ ਰਹੋ, ਤੁਸੀਂ ਤਾਂ ਸਾਨੂੰ ਕਮੀਆਂ ਦੱਸਣੀਆਂ ਨੇ, ਬਹੁਤ ਵਧੀਆ। ਕਿਉਂਕਿ ਮੈਂ ਕਹਿੰਦਾ ਵੀ ਜਿਹੜੀ ਇੱਕ ਚੀਜ਼ ਹੁੰਦੀ ਹੈ, ਸਾਡੇ ਕਦੇ ਕਿਸੇ ਨਾਲ ਵਖਰੇਵੇਂ ਨਹੀਂ ਹੁੰਦੇ। ਵਖਰੇਵੇਂ ਹੁੰਦੇ ਨੇ ਮਤਭੇਦ ਕਿੱਥੇ, ਸਾਡਾ ਹੁੰਦਾ ਵਿਚਾਰਾਂ ਦਾ। ਮੇਰੇ ਉਹਦੇ ਨਾਲ ਵਿਚਾਰ, ਮੈਂ ਜਿਹੜੇ ਵਿਚਾਰ ਸਾਹਮਣੇ ਰੱਖੇ ਉਹਨਾਂ ਨੂੰ ਨਹੀਂ ਠੀਕ ਲੱਗੇ, ਅਤੇ ਮੇਰਾ ਉਹਨਾਂ ਨੂੰ ਕੋਈ ਪਰਸਨਲੀ ਵਖਰੇਵਾਂ ਨਹੀਂ ਹੈਗਾ। ਉਹਨਾਂ ਦਾ ਸਿਰਫ ਸਕਰੀਨ ਦਾ ਵਖਰੇਵਾਂ ਮੇਰਾ ਉਹਨਾਂ ਨੂੰ ਮੇਰਾ ਮੇਕਿੰਗ ਕਹਿ ਸਕਦਾ, ਮੇਰੀ ਕਹਾਣੀ ਵਧੀਆ ਨਹੀਂ ਲੱਗੀ। ਮੈਂ ਭੈਣੇ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ, ਜਿਵੇਂ ਮੈਂ ਹੁਣ ਸਾਰਿਆਂ ਨੂੰ, ਆਡੀਅנס ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਅਬਿਊਜ਼ਿੰਗ ਅਤੇ ਵਲਗੈਰਿਟੀ ਨੂੰ ਪ੍ਰਮੋਟ ਨਹੀਂ ਕਰਦੇ। ਸਿੰਪਲ ਜੀ ਇੱਕ ਗੱਲ ਹੈ ਕਿ ਜਦੋਂ ਇੱਕ ਬੰਦਾ ਮੇਰਾ ਛੋਟਾ ਭਰਾ ਮਾਰ ਦੇਵੇ, ਅਤੇ ਮੈਂ ਉਹਨੂੰ ਇਹ ਤਾਂ ਨਹੀਂ ਕਹੂੰਗਾ ਬਾਈ ਜੀ ਤੁਸੀਂ ਮੇਰਾ ਭਰਾ ਮਾਰਤਾ। ਮੈਂ ਗੁੱਸੇ 'ਚ ਅੱਗ ਤੁਹਾਡੇ ਵੀ ਬਜ਼ੁਰਗ ਨੇ, ਮੇਰੇ ਵੀ ਦਾਦਾ ਜੀ ਨੇ, ਮੈਂ ਦੇਖੇ ਨੇ, ਹੁਣ ਇਸ ਦੁਨੀਆ 'ਚ ਨਹੀਂ। ਮੇਰੇ ਫਾਦਰ ਸਾਹਿਬ ਸੀਗੇ, ਜਦੋਂ ਗੁੱਸੇ 'ਚ ਹੁੰਦੇ ਸੀ ਇਹ ਨਹੀਂ ਦੇਖਦੇ ਸੀ ਮੇਰੀ ਭੈਣ ਕੋਲ ਬੈਠੀ, ਮੇਰੀ ਮਾਂ ਕੋਲ ਬੈਠੀ, ਤਾਂ ਉਹ ਗੰਦੀ ਗਾਲ ਕੱਢ ਦਿੰਦੇ ਸੀਗੇ। ਮੈਂ ਇਹ ਨਹੀਂ ਕਹਿੰਦਾ ਤੁਸੀਂ ਦਿਖਾਓ, ਪਰ ਸਾਡੇ ਕਰੈਕਟਰ ਦੀ ਡਿਮਾਂਡ ਸੀਗੀ, ਦੈਟਸ ਵਾਈ ਅਸੀਂ ਉਹ ਚੀਜ਼ਾਂ ਦਿਖਾਈਆਂ। ਜਿਵੇਂ ਜਿਵੇਂ ਅੱਗੇ ਅਸੀਂ ਜਾਵਾਂਗੇ, ਤੁਸੀਂ ਦੇਖੋ ਪੌਣੇ ਨੂੰ ਬਿਲਕੁਲ ਹਟ ਕੇ ਫਿਲਮ ਹੈ। ਤੁਸੀਂ ਦੇਖੋਗੇ ਉਸ ਸਬਜੈਕਟ ਦੇ ਵਿੱਚ ਅਸੀਂ ਗਾਲ ਨਹੀਂ ਕੱਢੀ, ਅਸੀਂ ਕੁਛ ਨਹੀਂ ਕੀਤਾ। ਉਹ ਇਸ ਸਬਜੈਕਟ ਹੀ ਤੁਹਾਨੂੰ ਸਾਰਾ ਕੁਝ ਦੱਸੂਗਾ ਵੀ ਹੈ ਕਹਾਣੀ ਕੀ ਕਹਿੰਦੀ। ਮੇਰੇ ਉਸਤਾਦ ਜੀ ਮੈਨੂੰ ਕਹਿੰਦੇ ਸੀ ਜਦੋਂ ਸਟੋਰੀ ਟਰੈਵਲ ਕਰਾਏ, ਕਰੈਕਟਰ ਟਰੈਵਲ ਕਰਾਏ, ਤਾਂ ਮੇਰੇ ਖਿਆਲ ਲੋਕ ਉਹਦੇ ਨਾਲ ਜੁੜ ਜਾਣਗੇ। ਤਖਤਗੜ੍ਹ ਦੇ ਵਿੱਚ ਤੁਹਾਨੂੰ ਸਟੋਰੀ ਵੀ ਟਰੈਵਲ ਕਰਾਊਗੀ, ਕਰੈਕਟਰ ਵੀ ਟਰੈਵਲ ਕਰਾਉਣਗੇ। ਚਲੋ ਮੈਂ ਕਹਿੰਦਾ ਵੀ ਆਟੇ ਨਾਲ ਕੌਣ ਪੀਸਦਾ ਹੁੰਦਾ ਹੈ, ਚੰਗੀ ਚੀਜ਼ ਦੇ ਨਾਲ ਮਾੜੀ ਚੀਜ਼ ਆਈ ਹੈ, ਅਸੀਂ ਝੋਲੀ ਕਰਦੇ ਹਾਂ ਤੁਹਾਡੇ ਅੱਗੇ। ਜਿਹੜੇ ਵੀਰ ਕ੍ਰਿਟੀਸਾਈਜ਼ਮ ਕਰ ਰਹੇ ਨੇ, ਮੈਨੂੰ ਚੰਗਾ ਲੱਗਦਾ ਕਿ ਜਿਵੇਂ ਧੀਰਜ ਹੁਣੇ ਗੱਲ ਕਰਕੇ ਪਰਿਵਾਰ ਦੇ ਹਿੱਸਾ ਨੇ, ਉਹ ਸਾਡਾ ਪਰਿਵਾਰ ਹੈ। ਫਿਲਮ ਮੇਕਿੰਗ ਸਾਰੀ ਇੰਡਸਟਰੀ ਕੀ ਸਾਡਾ ਪਰਿਵਾਰ ਹੈ। ਪਰਿਵਾਰ ਦੇ ਵਿੱਚ ਫਾਦਰ ਮੈਨੂੰ ਕੋਈ ਚੰਗਾ ਕਹੂਗਾ, ਕੋਈ ਮਾੜਾ ਕਹੂਗਾ, ਮੇਰਾ ਹੈ ਨਾ। ਮੇਰੇ ਭਰਾ ਮੈਨੂੰ ਮਾੜਾ ਵੀ ਕਹਿ ਸਕਦੇ, ਚੰਗਾ ਵੀ ਕਹਿ ਸਕਦੇ, ਕਿਉਂ ਉਹਨਾਂ ਦਾ ਆਪ ਦੀ ਸੋਚ, ਉਹਨਾਂ ਦਾ ਆਪ ਦਾ ਦਾਇਰਾ। ਉਹ ਮਾੜੇ ਨਹੀਂ, ਉਹ ਗਲਤ ਨਹੀਂ, ਉਹ ਸਹੀ ਨੇ ਆਦੀ ਜਗ੍ਹਾ, ਗਲਤ ਅਸੀਂ ਵੀ ਨਹੀਂ, ਪਰ ਉਹਨਾਂ ਦਾ ਹੱਕ ਹੈ ਭੈਣੇ ਉਹ ਆਦੀ ਖੁੱਲ੍ਹ, ਕਿਉਂਕਿ ਮੈਂ ਆਦੀ ਗੱਲ ਖੁੱਲ੍ਹ ਕੇ ਰੱਖਤੀ ਆਡੀਅנס ਦੇ ਸਾਹਮਣੇ। ਜੇ ਤਾਂ ਅਸੀਂ ਚਾਹੁੰਦੇ ਨਾ ਵੀ ਸਾਰਿਆਂ ਦੀ ਪਸੰਦ ਦੀ, ਮੈਨੂੰ ਲੱਗਦਾ ਆਪਾਂ ਫਿਲਮ ਨਹੀਂ ਬਣਾ ਸਕਦੇ। ਦੁਨੀਆ 'ਤੇ ਕੋਈ ਮੇਕਰਸ ਐਸਾ ਨਹੀਂ ਜਿਹੜਾ ਸਾਰਿਆਂ ਦੀ ਪਸੰਦ। ਹਾਂ, ਫੈਮਿਲੀ, ਜੇ ਤੁਸੀਂ ਫੈਮਿਲੀ ਪੈਟਰਨ, ਉਹ ਇੱਕ ਅਲੱਗ ਪੈਟਰਨ ਆ, ਥ੍ਰਿਲਰ ਇੱਕ ਅਲੱਗ ਪੈਟਰਨ ਆ। ਹਰ ਕੈਟਾਗਰੀ ਸਾਡੀ ਇਹ ਕੈਟਾਗਰੀਜ਼, ਮੈਂ ਨਹੀਂ ਕਹਿੰਦਾ ਫੈਮਿਲੀ ਲਈ ਅਸੀਂ ਬਣਾਈ ਨਹੀਂ, ਮੈਂ ਕਹਿ ਰਿਹਾ ਅਗਲੀਆਂ ਫਿਲਮਾਂ ਸਾਡੀਆਂ ਫੈਮਿਲੀ ਲਈ ਨੇ, ਤੁਸੀਂ ਦੇਖੋ ਤੁਹਾਨੂੰ ਚੰਗਾ ਲੱਗੇ। ਪਰ ਇੱਥੇ ਜਿਹੜੇ ਕ੍ਰਿਟੀਸਾਈਜ਼ ਕਰ ਰਹੇ ਨੇ ਵੀਰੇ, ਬਹੁਤ ਸੋਹਣਾ, ਤੁਹਾਨੂੰ ਦਿਲੋਂ ਦੁਆਵਾਂ ਢੇਰ ਸਾਰੀਆਂ। ਤੁਸੀਂ ਸਾਨੂੰ ਦੱਸ ਰਹੇ ਹੋ ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ। ਸੈਕਿੰਡ ਸੀਜ਼ਨ ਦੇਖੋ। ਤੁਸੀਂ ਵੈਸੇ ਸਾਨੂੰ ਦੱਸਿਆ ਹੀ ਹੈ ਕਿ ਧੀਰਜ, ਆਸ਼ੀਸ਼ ਸਰ, ਇਹਨਾਂ ਦਾ ਬਹੁਤ ਸਾਥ ਸੀ ਤੁਹਾਨੂੰ, ਤਾਂ ਤੁਸੀਂ ਇਹ ਪ੍ਰੋਜੈਕਟ ਕਰ ਪਾਏ ਹੋ। ਇੱਕ ਟੀਚਿੰਗ ਦੀ ਜੌਬ ਤੋਂ ਲੈ ਕੇ ਫਿਰ ਬਹੁਤ ਲੰਬਾ ਅਰਸਾ ਲਿਖਣਾ, ਫਿਰ ਉਸ ਤੋਂ ਬਾਅਦ ਰਾਈਟਰ ਡਾਇਰੈਕਟਰ ਹੋਣਾ। ਐਜ਼ ਅ ਡਾਇਰੈਕਟਰ ਆਪਣੇ ਆਪ ਲਈ ਕਿਹੜਾ ਵੱਡਾ ਚੈਲੰਜ ਲੱਗਿਆ ਸੀ ਤੁਹਾਨੂੰ? ਮੈਨੂੰ ਸਭ ਤੋਂ ਵੱਡਾ ਚੈਲੰਜ ਮੇਰੀ ਭੈਣੇ ਇਹ ਲੱਗਿਆ ਕਿ ਇਨਸਾਨ ਕਹਿੰਦਾ ਹੁੰਦਾ ਕਿ ਰੋਟੀ ਪੱਕੀ ਪਕਾਈ ਸਾਹਮਣੇ ਆ ਗਈ, ਤੋੜ ਕੇ ਖਾਣੀ ਹੈ, ਅਤੇ ਉਹ ਜੌਬ ਦੇ ਵਿੱਚ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ। ਫਿਰ ਉਹ ਸਭ ਤੋਂ ਸੌਖਾ ਤਰੀਕਾ ਇਹ ਹੁੰਦਾ ਕਿ ਤੁਸੀਂ ਵਿਆਹੇ ਵਰੇ ਹੋ, ਤੁਸੀਂ ਵੀ ਕਮਾਉਂਦੇ ਹੋ, ਵਾਈਫ ਵੀ ਕਮਾਉਂਦੇ, ਪਰ ਇੱਕਦਮ ਤੁਸੀਂ ਇੱਕ ਡਿਸੀਜ਼ਨ ਲੈਣਾ। ਵਾਈਫ ਲਈ ਵੀ ਚੈਲੰਜ ਸੀ, ਮੇਰੇ ਲਈ ਵੀ ਚੈਲੰਜ ਸੀ। ਤਾਂ ਮੇਰੇ ਕੋਲ ਇੱਕ ਬੱਚੀ ਹੈ, ਬੇਟੀ ਹੈ 7 ਸਾਲ ਦੀ। ਮੇਰੇ ਲਈ ਬਹੁਤ ਵੱਡਾ ਇੱਕ ਇਹ ਡਿਸੀਜ਼ਨ ਸੀਗਾ। ਧੀਰਜ ਤੇ ਮੈਂ ਅਕਸਰ ਡਿਸਕਸ ਕਰਦੇ ਹੁੰਦੇ ਹਾਂ ਕਿ ਫੈਸਲਾ ਕੋਈ ਗਲਤ ਨਹੀਂ ਹੁੰਦਾ, ਫੈਸਲਾ ਲੈ ਕੇ ਉਹਨੂੰ ਸਹੀ ਸਾਬਤ ਕਰਨਾ ਪੈਂਦਾ। ਉਹਦੇ ਲਈ ਤੁਹਾਨੂੰ ਜਿੰਨੀ ਜਦੋਜਹਿਦ ਕਰਨੀ ਪੈਣੀ, ਉਹ ਕਰਨੀ ਹੋਈ ਪੈਣੀ ਹੈ। ਅਤੇ ਡਾਇਰੈਕਟਰ ਲਈ ਮੇਰਾ ਚੈਲੰਜ ਇਹ ਸੀ, ਮੈਂ ਅੱਗੇ ਵੀ ਦੱਸ ਚੁੱਕਿਆ, ਧੀਰਜ ਹੋ ਗਿਆ, ਆਸ਼ੀਸ਼ ਦੁੱਗਲ ਜੀ ਹੋ ਗਏ, ਪਾਲੀ ਹੋ ਗਿਆ, ਪਰਮਵੀਰ ਸਿੰਘ ਜੀ ਹੋ ਗਿਆ, ਮਲੰਗਾ ਜੀ ਹੋ ਗਏ, ਮਲਕੀਤ ਸਿੰਘ ਜੀ ਹੋ ਗਏ, ਅਤੇ ਆਪਣਾ ਮਕਣਾ ਭਾਜੀ ਹੋ ਗਏ,
ਦੂਜੇ ਦਾ ਨਾਂ ਕੀ ਹੈ ਆਪਣਾ ਲੱਖਾ ਭਾਜੀ ਹੋ ਗਏ ਸਾਰੇ, ਵੀ ਏਡੇ ਵੱਡੇ ਵੱਡੇ ਮਜ਼ੇ ਹੋਏ ਕਰੈਕਟਰ ਸੀ, ਕਲਾਕਾਰ ਸੀਗੇ, ਉਹਨਾਂ ਨੂੰ ਡਾਇਰੈਕਟ ਕਰਨਾ ਔਰ ਮੇਰੀ ਪਹਿਲੀ ਫਿਲਮ ਹੋਣੀ ਮੇਰੇ ਲਈ ਚੈਲੰਜ ਸੀ। ਪਰ ਮੈਂ ਵਾਰ-ਵਾਰ ਕਹਿਣਾ ਮੇਰੇ ਲਈ ਮੈਨੂੰ ਇਹਨਾਂ ਲੋਕਾਂ ਨੇ ਬਹੁਤ ਸਾਥ ਦਿੱਤਾ, ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਸੰਭਾਲਿਆ। ਜਦੋਂ ਕਈ ਵਾਰੀ ਹੁੰਦਾ ਕਿ ਬੱਚਾ ਪਹਿਲਾ ਕਦਮ ਪੱਟਦਾ ਹੈ, ਮਾਂ ਜਾਂ ਬਾਪ ਜਾਂ ਚਾਚਾ ਜਾਂ ਦਾਦਾ ਕੋਈ ਨਾ ਕੋਈ ਉਹਨੂੰ ਉਂਗਲ ਦੇ ਦਿੰਦਾ, ਫੜ ਲੈਂਦਾ ਵੀ ਆ ਜਾ ਤੂੰ ਲੜਖੜਾਣਾ। ਸੇਮ ਇਹਨਾਂ ਨੇ ਸਾਰਿਆਂ ਨੇ, ਕਿਸੇ ਨੇ ਭਰਾ ਦਾ ਰੋਲ ਅਦਾ ਕੀਤਾ ਮੇਰੇ ਲਈ, ਦਾਦੇ ਦਾ ਕੀਤਾ ਤੇ ਪਿਓ ਦਾ ਅਦਾ ਕੀਤਾ। ਬਹੁਤ ਬਹੁਤ ਸ਼ੁਕਰੀਆ। ਧੀਰਜ, ਮੇਰੇ ਕੁਝ ਸਵਾਲ ਹੁਣ ਤੁਹਾਡੇ ਤੋਂ ਹੈ। ਵਾਰਨਿੰਗ ਨੂੰ ਲੈ ਕੇ ਤੁਹਾਨੂੰ ਕੋਈ ਇਹੋ ਜਿਹੇ ਕੰਪਲੀਮੈਂਟ ਮਿਲੇ ਹੋਣ ਜਿਹੜੇ ਯਾਦ ਰਹਿਣ, ਕਿਉਂਕਿ ਤੁਹਾਡੇ ਕਰੈਕਟਰ ਦੀ ਬਹੁਤ ਤਾਰੀਫ ਹੋਈ ਸੀ। ਬਹੁਤ ਅਸੀਂ ਜਦੋਂ ਵਾਰਨਿੰਗ ਰਿਲੀਜ਼ ਹੋਈ ਸੀ ਤੇ ਅਸੀਂ ਪੂਰਾ ਪੰਜਾਬ ਟਰੈਵਲ ਕੀਤਾ ਸੀ ਤੇ ਸਿਨੇਮੇਸ 'ਚ ਗਿੱਪੀ ਵੀਰਾ ਕਹਿੰਦਾ ਕਿ ਤੁਸੀਂ ਕੋਈ ਇੱਕ ਜਣਾ ਵੀ ਫਿਲਮ ਦੇਖ ਰਿਹਾ ਹੋਵੇ ਤੁਸੀਂ ਮਿਲ ਕੇ ਆਉਣਾ, ਮੈਂ ਤੇ ਪ੍ਰਿੰਸ ਵੀਰਾ। ਤਾਂ ਅਸੀਂ ਫਿਰੋਜ਼ਪੁਰ ਗਏ ਸੀ ਸਿਨੇਮੇ 'ਚ ਤੇ ਉੱਥੇ ਬਹੁਤ ਮੁਸ਼ਕਲ ਨਾਲ ਬਾਹਰ ਨਿਕਲੇ ਸੀ। ਤੇ ਇੱਕ ਜਗ੍ਹਾ ਮੈਨੂੰ ਯਾਦ ਹੈਗਾ ਕਿ ਜਗਰਾਓਂ ਸਿਨੇਮਾ ਸੀ ਕੋਈ, ਤੇ ਸ਼ੀਸ਼ਾ ਵੱਡਾ ਸੀ ਤੇ ਉਹ 300-400 ਬੰਦਾ ਬਾਹਰ ਹੈਗਾ ਸੀ, ਅਸੀਂ ਅੰਦਰ ਆਫਿਸ 'ਚ ਬੈਠੇ ਹੋਏ ਸੀ ਤੇ ਉਹ ਨਾ ਸ਼ੀਸ਼ੇ ਨੂੰ ਐਂ ਜ਼ੋਰ ਦੀ ਹੱਥ ਮਾਰ ਰਹੇ ਸੀ ਤੇ ਫੋਟੋ ਕਰਵਾਉਣੀ ਸੀ। ਤੇ ਉਹ ਮੈਨੇਜਰ ਕਹਿੰਦਾ ਵੀਰੇ ਵੀ ਸਾਰਿਆਂ ਨਾਲ ਫੋਟੋ ਕਰਾਉਣੀ ਪੈਣੀ 500 ਬੰਦਿਆਂ ਨਾਲ, ਨਹੀਂ ਤਾਂ ਇਹ ਸ਼ੀਸ਼ਾ ਤੋੜ ਦੇਣਗੇ। ਫਿਰ ਸਾਨੂੰ 3 ਕੁ ਘੰਟੇ ਲੱਗੇ ਸੀ, ਮੈਂ ਤੇ ਪ੍ਰਿੰਸ ਭਾਜੀ ਐਂ ਜੇ ਕਰਕੇ ਬੈਠ ਗਏ, ਇੱਧਰੋਂ ਆਉਂਦੇ ਸੀ ਪਿੱਛੇ ਕੱਢਦੇ ਸੀ, ਸਾਨੂੰ ਐਂ ਲੱਗਿਆ ਕਿ ਜਿਵੇਂ ਸ਼ਗਨ ਨਹੀਂ ਪੈਣਾ ਹੁੰਦਾ, ਪਿੱਛੇ ਕੱਢਦੇ ਸੀ, ਫੋਟੋ ਹੁੰਦੀ ਸੀ ਅੱਗੇ। ਤੇ ਬਹੁਤ ਸਾਰੇ ਕਮੈਂਟ, ਔਰ ਮੈਨੂੰ ਸਭ ਤੋਂ ਪਿਆਰੀ ਚੀਜ਼ ਲੱਗੀ ਕਿ ਜਿਹੜਾ ਇੱਕ ਬਣਿਆ ਸੀ ਮੇਰਾ ਸੌਫਟ ਕਰੈਕਟਰਾਂ ਦਾ, ਤਾਂ ਉਹ ਗਿੱਪੀ ਵੀਰੇ ਨੇ, ਮੈਂ ਕਾਸਟ ਵੀ ਐਂ ਹੀ ਹੋਇਆ ਸੀ ਕਿ ਮੈਂ ਆਫਿਸ ਮਿਲਣ ਗਿਆ ਸੀ ਕਿਸੇ ਹੋਰ ਕੰਮ ਲਈ, ਕਾਸਟਿੰਗ ਚੱਲ ਰਹੀ ਸੀ, ਛਿੰਦੇ ਦਾ ਕਰੈਕਟਰ ਰਹਿੰਦਾ ਸੀ, ਬਾਕੀ ਸਾਰੇ ਕਾਸਟ ਹੋ ਚੁੱਕੇ ਸੀ। ਤੇ ਵੀਰੇ ਮੈਨੂੰ ਕਹਿੰਦਾ ਕਿ ਇੱਕ ਅਸੀਂ ਵੈਬ ਸੀਰੀਜ਼ ਕਰ ਰਹੇ ਹਾਂ, ਤੂੰ ਕਰੈਕਟਰ ਕਰੇਂਗਾ? ਮੈਂ ਕਿਹਾ ਹਾਂਜੀ। ਮੈਂ ਕਿਹਾ ਮੈਨੂੰ ਸੁਣਾ ਦਿਓ। ਉਹਨੇ ਸੁਣਾਤਾ ਅਮਰ ਨੇ, ਤੇ ਮੈਂ ਕਿਹਾ ਜੀ ਡਨ। ਤੇ ਜਿਹੜੇ ਮੈਂ ਕੰਮ ਗਿਆ ਸੀ ਉਹ ਮੈਂ ਭੁੱਲ ਗਿਆ। ਤੇ ਉਹ ਵਧੀਆ ਲੱਗਦਾ, ਉਹਨੂੰ ਅੱਜ ਵੀ ਮੈਸੇਜ ਆਉਂਦੇ ਆ ਜਦੋਂ ਕੋਈ ਵਾਰਨਿੰਗ ਬਾਰੇ ਗੱਲ ਕਰਦਾ ਤਾਂ ਐਪਰੀਸ਼ੀਏਟ ਕੀਤਾ ਬਹੁਤ। ਜਦੋਂ ਸਾਡੀ ਲਾਈਫ ਦਾ ਨਾ ਟਫ ਟਾਈਮ ਚੱਲ ਰਿਹਾ ਹੁੰਦਾ, ਉਦੋਂ ਸਾਡੀ ਫੈਮਿਲੀ ਤੇ ਕੁਝ ਕਲੋਜ਼ ਦੋਸਤ ਸਾਡੇ ਕਰੀਬ ਹੁੰਦੇ ਆ। ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ, ਸਕਸੈਸਫੁਲ ਰਾਹ ਦੇ ਤੁਰ ਰਹੇ ਹਾਂ, ਲੇਕਿਨ ਸਾਡੇ ਕੁਝ ਆਲੋਚਕ ਵੀ ਹੁੰਦੇ ਆ, ਕ੍ਰਿਟਿਸਿਜ਼ਮ ਵੀ ਹੁੰਦਾ ਸਾਡਾ। ਤਾਂ ਤੁਹਾਡੇ ਸਭ ਤੋਂ ਜ਼ਿਆਦਾ ਤੁਹਾਨੂੰ ਕ੍ਰਿਟਿਸਾਈਜ਼ ਕੌਣ ਕਰਦਾ, ਉਹਨਾਂ ਨੂੰ ਕਿਵੇਂ ਲੈਂਦੇ ਹੋ? ਕਿ ਤੁਹਾਡੀ ਫੈਮਿਲੀ ਤੁਹਾਡੇ ਕੰਮ ਨੂੰ ਆਬਜ਼ਰਵ ਕਰਕੇ ਤੁਹਾਨੂੰ ਕੁਝ ਐਡਵਾਈਜ਼ਸ ਦਿੰਦੇ ਆ? ਹਾਂ, ਮੈਂ ਹੁਣ ਤਾਂ ਜਿਵੇਂ ਭਾਬੀ, ਬ੍ਰਦਰ, ਈਵਨ ਮੇਰਾ ਭਤੀਜਾ 7-8 ਸਾਲ ਦਾ, ਉਹ ਵੀ ਜਦੋਂ ਫਿਲਮ ਦੇਖੂਗਾ, ਕੋਈ ਫਿਲਮ ਆਊਗੀ ਪਿੱਛੇ ਜੇ ਵਾਰਨਿੰਗ ਦੀ, ਜਦੋਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਪੁੱਤ ਤੈਨੂੰ ਕਿਵੇਂ ਲੱਗੀ? ਕਹਿੰਦਾ ਚਾਚੂ ਤੁਸੀਂ ਪੂਰੀ ਫਿਲਮ 'ਚ ਕੋਈ ਹਾਸੇ ਵਾਲੀ ਗੱਲ ਹੀ ਨਹੀਂ ਕੀਤੀ। ਮਤਲਬ ਨਿੱਕੀ ਚੀਜ਼ ਤਾਂ ਉਹ ਘਰ ਦੇ, ਮੈਨੂੰ ਲੱਗਦਾ ਕਿ, ਔਰ ਦੋਸਤ ਵੀ ਨੇ ਮੇਰੇ ਸਾਰੇ, ਬਲਜੀਤ, ਜਗਜੀਤ, ਗੁਰਿੰਦਰ ਦੇ ਨਾਲ ਮੈਂ ਉਹਨੂੰ ਫਿਲਮ ਕੀਤੀ ਹੈ ਨੀਰੂ ਮੈਮ ਤੇ। ਅਸੀਂ ਉਹ ਪਹਿਲੀ ਫਿਲਮ ਡਾਇਰੈਕਟਰ ਦੇ ਤੌਰ ਤੇ ਗੁਰਿੰਦਰ ਵੀਰੇ ਦੀ। ਉਹ ਮੈਨੂੰ ਬਹੁਤ ਮਤਲਬ ਮੈਂ ਪੁੱਛਦਾ ਵੀ ਹੁੰਦਾ ਕਈ ਵਾਰੀ, ਨਹੀਂ ਵੀ ਕਹਿੰਦੇ, ਮੈਂ ਕਿਹਾ ਯਾਰ ਮੈਨੂੰ ਦੱਸ ਗੁਰਿੰਦਰ ਵੀ ਇੱਥੋਂ ਚੀਜ਼ਾਂ ਸਹੀ ਨੇ, ਐਕਟ ਕਿਵੇਂ ਰਿਹਾ? ਤਾਂ ਉਹ ਸਾਰੇ ਦੋਸਤ ਮਿੱਤਰ ਕ੍ਰਿਟਿਸਾਈਜ਼ ਵੀ ਕਰਦੇ ਰਹਿੰਦੇ ਆ, ਕਿਉਂਕਿ ਪੁਰਾਣੇ ਦੋਸਤ ਨੇ, ਕੋਈ 15 ਸਾਲ ਤੋਂ ਦੋਸਤ ਆ, ਕੋਈ 20 ਸਾਲ ਤੋਂ। ਫਿਰ ਇੰਨੀ ਲੰਮੀ ਦੋਸਤੀ 'ਚ ਕੋਈ ਮੈਨੂੰ ਐਂ ਤਾਂ ਕਹਿੰਦੇ ਨਹੀਂ ਰਹਿੰਦੇ ਵੀ ਹਾਂ ਵੀ ਤੂੰ ਵਧੀਆ ਹੀ ਕਰ ਰਿਹਾ, ਤਾਂ ਉਹ ਫਿਰ ਦੱਸਦੇ ਰਹਿੰਦੇ ਆ ਜੀ। ਐਜ਼ ਅ ਐਕਟਰ ਹਲੇ ਤੁਸੀਂ ਬਹੁਤ ਕੰਮ ਕਰਨਾ ਹੈ, ਕਰ ਵੀ ਚੁੱਕੇ ਹੋ। ਕੋਈ ਅਜਿਹਾ ਰੋਲ ਪਲੇ ਕੀਤਾ ਹੋਵੇ ਆਪਣੇ ਕੰਮ ਨੂੰ ਲੈ ਕੇ ਕਿ ਉਹ ਮੈਂ ਕਿਉਂ ਕੀਤਾ, ਇਸ ਤਰ੍ਹਾਂ ਦਾ ਕੋਈ ਹੈ? ਮੈਨੂੰ ਕਦੇ ਵੀ ਨਹੀਂ ਐਂ ਲੱਗਿਆ। ਮੈਂ ਹਮੇਸ਼ਾ ਇਹ ਗੱਲ ਬੋਲਦਾ ਵੀ ਹੁੰਦਾ ਕਿ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਨੂੰ ਐਪਰੀਸ਼ੀਏਟ ਕਰੋ, ਆਪਦੇ ਕੰਮ ਨੂੰ। ਇਹ ਥੋੜ੍ਹੀ ਕਿ ਤੁਸੀਂ ਸ਼ੁਰੂਆਤ ਦੇ ਦੌਰ 'ਚ ਕੋਈ ਫਿਲਮਾਂ ਕੀਤੀਆਂ ਹੁਣ ਜਿਹੜੀਆਂ ਨਹੀਂ ਚੱਲੀਆਂ ਤੇ ਅੱਜ ਤੁਸੀਂ ਇੱਕ ਲੈਵਲ 'ਤੇ ਹੈਗੇ ਤੇ ਤੁਸੀਂ ਉਹਨਾਂ ਫਿਲਮਾਂ ਨੂੰ ਨਜ਼ਰਅੰਦਾਜ਼ ਕਰੋ। ਮੈਨੂੰ ਸਾਰੀਆਂ ਫਿਲਮਾਂ ਹੀ ਵਧੀਆ ਲੱਗਦੀਆਂ ਨੇ, ਅਸਲੀ ਪੰਜਾਬ। ਮੈਂ ਤਾਂ ਨਿਧੀ ਸਿੰਘ ਦੇ ਵਿੱਚ ਵੀ ਪਿੱਛੇ ਗੁੰਡੇ ਦੇ ਖੜਾ ਸੀ, ਮੈਨੂੰ ਤਾਂ ਉਹ ਵੀ ਫਿਲਮ ਵਧੀਆ ਲੱਗਦੀ ਹੈ ਕਿ ਉਹਦੇ ਤੋਂ ਮੈਨੂੰ ਸ਼ੁਰੂਆਤ ਹੋਈ। ਕਿਉਂਕਿ ਜਦੋਂ ਤੁਸੀਂ ਸਟਰਗਲ ਕਰ ਰਹੇ ਹੁੰਦੇ ਹੋ, ਉਹ ਸਟਰਗਲ ਸ਼ਬਦ ਕੁਛ ਨਹੀਂ ਹੁੰਦਾ, ਆਪਾਂ ਉਹਨੂੰ ਇੱਕ ਸ਼ਬਦ ਦੇ ਤਾ ਕਿ ਸਟਰਗਲ ਆ। ਸਟਰਗਲ ਕਿਵੇਂ ਹੋ ਗਿਆ? ਮੈਂ ਆਪਦੇ ਲਈ ਚੀਜ਼ ਕਰ ਰਿਹਾ, ਸਟਰਗਲ ਥੋੜ੍ਹੀ ਆ। ਉਹ ਤਾਂ ਮੇਰਾ ਇੱਕ ਆਪਦੇ ਆਪ ਨੂੰ ਚਮਕਾਉਣ ਦਾ ਤਰੀਕਾ। ਸਟਰਗਲ ਉਹ ਹੋਊਗਾ ਮੈਂ ਤੁਹਾਡੇ ਲਈ ਕੁਝ ਕਰੂੰਗਾ, ਮੈਂ ਤੁਹਾਡੇ ਲਈ ਕਰੂੰਗਾ, ਉਹ ਸਟਰਗਲ ਹੋ ਗਿਆ। ਉਹ ਤਾਂ ਸਾਡਾ ਗੋਲਡਨ ਪੀਰੀਅਡ ਹੁੰਦਾ, ਜਦੋਂ ਅਸੀਂ ਉਸ ਦੌਰ 'ਚ ਹੁੰਦੇ ਹਾਂ, ਉਹ ਗੋਲਡਨ ਪੀਰੀਅਡ ਆ। ਮੈਂ ਕਹਿੰਦਾ ਕਿ ਉਹੀ ਚੀਜ਼ ਸਾਨੂੰ ਸਿਖਾਉਂਦਾ ਕਿ ਅਸੀਂ ਕਿੰਨਾ ਲੰਮਾ ਜਾਣਾ। ਸੋ ਇੱਦਾਂ ਦਾ ਮੈਨੂੰ ਕਦੇ ਵੀ ਨਹੀਂ ਲੱਗਿਆ। ਦੋਸਤੋ, ਤੁਸੀਂ ਦੋਨੋਂ ਇਕੱਠੇ ਪੜ੍ਹੇ ਹੋ, ਕੰਮ ਕਰਨਾ ਕੀ ਐਕਸਪੀਰੀਅੰਸ ਸੀ? ਵੈਸੇ ਤਾਂ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਬਹੁਤ ਅੱਛਾ ਐਕਸਪੀਰੀਅੰਸ ਹੋਗਾ। ਸੈੱਟ 'ਤੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਬਹੁਤ ਘੈਂਟ, ਕਿਉਂਕਿ ਜਦੋਂ ਤੁਸੀਂ ਦੋਸਤ ਨਾਲ ਕੰਮ ਕਰ ਰਹੇ ਹੋ ਤੁਹਾਨੂੰ ਕੋਈ ਹਿਚਕਿਚਾਹਟ ਨਹੀਂ ਹੁੰਦੀ।
ਤੁਸੀਂ ਆਪਦੀ ਗੱਲ ਬਹੁਤ ਆਰਾਮ ਨਾਲ ਤੁਸੀਂ ਕਹਿ ਸਕਦੇ ਹੋ। ਕਈ ਵਾਰੀ ਤੁਸੀਂ ਆਪਦੀ ਗੱਲ ਮਨਵਾ ਵੀ ਸਕਦੇ ਹੋ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਕਿਸੇ ਸੈੱਟ 'ਤੇ ਜਾਂਦੇ ਹੋ, ਡਾਇਰੈਕਟਰ ਸੀਨੀਅਰ ਨੇ ਬਹੁਤ, ਤਾਂ ਤੁਸੀਂ ਕਈ ਵਾਰੀ ਸੋਚ ਜਾਂਦੇ ਹੋ ਵੀ ਮੈਂ ਗੱਲ ਬੋਲਾਂ, ਉਹਨਾਂ ਨੂੰ ਕਿਵੇਂ ਫੀਲ ਹੋਊ ਨਾ ਬੋਲਾਂ। ਤਾਂ ਅਸੀਂ ਦੋਵੇਂ ਇੰਨੇ ਪੁਰਾਣੇ ਦੋਸਤ ਸੀ। ਹਾਂ ਬਲਜੀਤ ਆਪਾਂ ਇੱਦਾਂ ਕਰਕੇ ਦੇਖਦੇ ਹਾਂ, ਹਾਂ ਧੀਰਜ ਆਪਾਂ ਇੱਦਾਂ ਕਰਦੇ ਹਾਂ, ਆਹ ਸ਼ਾਟ ਆਪਾਂ ਇੱਦਾਂ ਇਮੋਸ਼ਨਸ ਰੱਖ, ਤਾਂ ਉਹ ਇੱਕ ਫਰੈਂਡਲੀ ਮਾਹੌਲ ਬਣਿਆ ਰਹਿੰਦਾ ਸੀ। ਮੈਨੂੰ ਆਦਤ ਹੁੰਦੀ ਹੈ ਮੈਂ ਸੈੱਟ ਤੋਂ ਜ਼ਿਆਦਾ ਪਾਸੇ ਨਹੀਂ ਜਾਂਦਾ ਹੁੰਦਾ, ਵੈਨਿਟੀ 'ਚ ਮੈਂ ਇੰਨਾ ਬੈਠ ਨਹੀਂ ਸਕਦਾ ਜਾਂ ਇੱਧਰ। ਮੈਨੂੰ ਹੁੰਦਾ ਵੀ ਸੈੱਟ 'ਤੇ ਰਵਾਂ, ਦੇਖਦਾ ਰਵਾਂ ਕੀ ਹੋ ਰਿਹਾ, ਕੋਈ ਐਕਟਰ ਐਕਟ ਕਰ ਰਿਹਾ ਉਹਦੇ ਤੋਂ ਕੁਛ ਸਿੱਖਦੇ ਹਾਂ, ਕਿਉਂਕਿ ਮੈਨੂੰ ਹੁੰਦਾ ਯਾਰ ਫਿਲਮ ਨੂੰ ਇਕੱਲਾ ਨਾ ਛੱਡਾਂ। ਇਹ ਹੁੰਦਾ ਕਿ ਹਾਂ ਫਿਲਮ ਦੇ ਉੱਤੇ ਰਵਾਂ ਵੀ ਹਾਂ ਕੁਛ ਹੋ ਰਿਹਾ ਹੈ, ਕੁਛ ਗਲਤ ਤਾਂ ਨਹੀਂ ਹੋ ਰਿਹਾ। ਮੈਨੂੰ ਇਹ ਹੁੰਦਾ ਵੀ ਜੇ ਬਲਜੀਤ ਨਾਲ ਕੰਮ ਕਰ ਰਿਹਾ ਸੀ, ਜੇ ਕੁਛ ਗਲਤ ਹੋ ਰਿਹਾ ਤਾਂ ਮੈਨੂੰ ਦੱਸ ਦਿਆਂ ਵੀ ਬਲਜੀਤ ਆਹ ਚੀਜ਼ ਗਲਤ ਆ ਯਾਰ। ਇਹ ਮੈਂ ਹੋਰ ਕਿਸੇ ਨੂੰ ਛੇਤੀ ਨਹੀਂ ਕਹਿ ਸਕਦਾ। ਜਿਹੜੇ ਮੇਰੇ ਦੋਸਤ ਨੇ ਮੇਕਰ, ਮੈਂ ਉਹਨਾਂ ਨੂੰ ਨਹੀਂ ਬੋਲ ਸਕਦਾ ਕਿ ਆਹ ਚੀਜ਼ ਗਲਤ ਕਰ ਰਿਹਾ ਤੂੰ, ਹੋਰ ਕਿਸੇ ਨੂੰ ਨਹੀਂ ਛੇਤੀ ਬੋਲ ਸਕਦਾ। ਅਸੀਂ ਮੈਂ ਧੀਰਜ ਦੀ ਗੱਲ 'ਚ ਇਨਪੁੱਟ ਪਾਉਣਾ। ਅਸੀਂ ਜਦੋਂ ਤੁਸੀਂ ਵੈਬ ਸੀਰੀਜ਼ ਦੇਖਦੇ ਹੋ, ਪਹਿਲਾ ਸੀਨ ਓਪਨ ਹੁੰਦਾ ਤੇ ਉਹ 27ਵੀਂ ਮੰਜ਼ਿਲ ਹੈ ਬਿਲਡਿੰਗ ਦੀ। ਉਹ ਤਕਰੀਬਨ 30 ਸਾਲਾਂ ਤੋਂ ਬੰਦ ਪਈ ਹੈ ਬਿਲਡਿੰਗ, ਔਰ ਸਭ ਤੋਂ ਵੱਡੀ ਗੱਲ ਉਹਦੇ ਵਿੱਚ 27ਵੀਂ ਮੰਜ਼ਿਲ ਹੈ ਨਾ ਜਿਹੜੀ, ਉਹਦੇ ਵਿੱਚ ਕੋਈ ਲਿਫਟ, ਕੋਈ ਪੌੜੀਆਂ ਨਹੀਂ ਹੈਗੇ, ਦੂਜੇ ਸਟੇਅਰਸ ਲਿਫਟ ਹੈ ਨਹੀਂ, ਸਟੇਅਰਸ 'ਤੇ ਚੜ੍ਹ ਕੇ ਗਏ। ਜਿੱਦਾਂ ਅਸੀਂ ਕਿੰਨਾ ਔਖਾ ਸ਼ੂਟ ਕੀਤਾ। ਮੈਂ ਇੱਕ ਡਰ ਰਿਹਾ ਸੀਗਾ ਕਿ ਸੇਫਟੀ ਸਾਡੇ ਕੋਲ ਹੈ ਨਹੀਂ। ਕਿਉਂ? ਸਾਡੇ ਕੋਲ ਹਾਰਨੈਸ ਨਹੀਂ ਹੈਗੀਆਂ, ਸਾਡੇ ਕੋਲ ਇੰਨੇ ਚੀਜ਼ਾਂ, ਕ੍ਰੇਨਸ ਨਹੀਂ ਹੈਗੀਆਂ, ਅਤੇ ਅਸੀਂ ਜਿਹਨੂੰ ਜੁਗਾੜ ਕਹਿ ਦਈਏ ਪੰਜਾਬੀ ਦੇ ਵਿੱਚ, ਜੁਗਾੜ ਦੇ ਤਰੀਕੇ ਨਾਲ ਗਏ। 27ਵੀਂ ਮੰਜ਼ਿਲ ਦੇ ਵਿੱਚ ਮੇਰੇ ਖਿਆਲ 11.5 ਫੁੱਟ ਦਾ ਉਹ ਵਕਫਾ ਹੈਗਾ ਸੀ, ਮੋਢੇ 'ਤੇ ਮੇਰੇ ਚੱਕੇ। ਇਹਦਾ ਜਨੂੰਨ ਸੀ ਫਿਲਮ ਨੂੰ ਲੈ ਕੇ, ਜਾਂ ਮੇਰੇ ਯਾਰ ਲਈ ਇਹਦਾ ਜਨੂੰਨ ਸੀ, ਉਹ ਇਹਦਾ ਜਨੂੰਨ ਸੀ। ਇਹ ਚੜ੍ਹਿਆ, ਫਿਰ ਵੀ ਮੈਂ ਡਰਦਾ ਪਿਆ ਸੀਗਾ। ਮੈਂ ਇਹਨੂੰ ਵਾਰ-ਵਾਰ ਕਹਿ ਰਿਹਾ ਸੀ ਨੀਚੋਂ ਵੀ, ਮੈਂ ਕਿਹਾ ਵੀ ਤੈਨੂੰ ਤਕਲੀਫ ਕੋਈ, ਕਿਉਂਕਿ ਜਦੋਂ ਅਸੀਂ ਇੱਕ ਹੀਰੋ ਖੜਾ ਕਰਨਾ ਤਾਂ ਸਾਨੂੰ ਉਹਦੇ ਲਈ ਬਹੁਤ ਕੁਝ ਦੇਖਣਾ ਪੈਂਦਾ, ਕਿਉਂਕਿ ਇਹਨਾਂ 'ਤੇ ਸਾਰੀ ਫਿਲਮ ਇਹਨਾਂ 'ਤੇ ਖੜੀ, ਕਰੈਕਟਰਸ 'ਤੇ ਖੜੀ, ਐਕਟਰਸ 'ਤੇ ਖੜੀ। ਤਾਂ ਇਹਦਾ ਜਨੂੰਨ ਸੀ। ਜਦੋਂ ਉੱਪਰ ਚੜ੍ਹਿਆ, ਅਸੀਂ ਸ਼ੂਟ ਕੀਤਾ, ਤਕਰੀਬਨ 3 ਘੰਟੇ ਸਾਨੂੰ ਉਸ 4 ਘੰਟੇ ਸੀਨ ਲਈ ਲੱਗੇ। ਜਦੋਂ ਉਤਰੇ ਅਤੇ 27 ਮੰਜ਼ਿਲਾਂ ਉਤਰ ਕੇ ਵੀ ਨੀਚੇ ਇੰਨੇ ਫਰੈਸ਼ ਫੀਲ ਕਰ ਰਹੇ ਸੀ ਅਸੀਂ, ਕਿ ਅਸੀਂ ਇੰਨਾ ਖੁੱਬੇ ਹੋਏ ਸੀ ਉਸ ਕਰੈਕਟਰ ਦੇ ਵਿੱਚ ਕਿ ਇੰਜੋਏ ਕਰ ਰਹੇ ਸੀ ਅਸੀਂ ਵੀ ਆਹ ਚੀਜ਼ ਇੱਦਾਂ ਕਰੀਏ ਕਰਨ ਤੋਂ। ਪਰ ਜਦੋਂ ਉਹਦਾ ਤੁਹਾਡੇ ਸਾਹਮਣੇ ਹੁਣ ਰਿਜ਼ਲਟ ਆਇਆ ਅਤੇ ਸਭ ਨੂੰ ਆਨੰਦ ਲਿਆ, ਸਭ ਨੇ ਬਹੁਤ ਅੱਛਾ। ਪਰ ਮੈਂ ਕਹੂੰਗੀ ਕਿ ਤੁਸੀਂ ਇਸ ਸੀਰੀਜ਼ ਦੇ ਪਹਿਲੇ ਮਤਲਬ 5 ਐਪੀਸੋਡ ਹੈ ਉਹ 'ਤੇ ਆ ਗਏ ਆ। ਸੈਕਿੰਡ ਦੇ ਲਈ ਤੁਸੀਂ ਕਿਹਾ ਕਿ ਅਗਰ ਲੋਕ ਸਾਨੂੰ ਕਹਿਣਗੇ ਕਿ ਚੇਂਜਸ ਕਰਨੇ ਆ, ਅਸੀਂ ਕਰ ਵੀ ਲਵਾਂਗੇ ਇੱਕ ਵਾਰ। ਜੀ ਬਿਲਕੁਲ। ਅਸੀਂ 3 ਐਪੀਸੋਡ ਸਾਡੇ ਰਿਲੀਜ਼ ਹੋ ਚੁੱਕੇ ਨੇ। YouTube ਸਾਡਾ ਓਫੀਸ਼ੀਅਲੀ YouTube ਹੈ ਆਮੀਗੋਜ਼ ਮੋਸ਼ਨ ਪਿਕਚਰ, ਉਹਦੇ 'ਤੇ ਤੁਸੀਂ ਦੇਖ ਸਕਦੇ ਹੋ। ਸਾਡਾ Amazon ਅਤੇ MX 'ਤੇ ਜਦੋਂ ਆਊਗਾ ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਸਾਡਾ ਜਿਹੜਾ ਹੈਗਾ ਓਫੀਸ਼ੀਅਲੀ ਪੇਜ ਬਣਿਆ ਇੰਸਟਾ ਅਤੇ FB 'ਤੇ, ਉਹਦੇ ਨਾਲ ਸਾਡੇ ਨਾਲ ਟੱਚ ਰਹੋ। ਅਗਲੇ 2 ਐਪੀਸੋਡ ਜਿਹੜੇ ਫਸਟ ਸੀਜ਼ਨ ਦੇ 5 ਐਪੀਸੋਡ ਨੇ, 3 ਅਸੀਂ ਰਿਲੀਜ਼ ਕਰ ਚੁੱਕੇ ਹਾਂ, ਚੌਥਾ ਅਸੀਂ ਛੇਤੀ ਅਪਡੇਟ ਕਰਦੇ ਹਾਂ ਕਦੋਂ ਕਰਨਾ। ਚੌਥੇ ਤੋਂ ਪਹਿਲੇ ਅਸੀਂ ਇੱਕ ਟੀਜ਼ਰ ਛੱਡਾਂਗੇ, ਫਿਰ ਤੁਹਾਨੂੰ ਅਪਡੇਟ ਕਰਾਂਗੇ ਕਦੋਂ ਆਉਣਾ। ਪਹਿਲੇ ਸੀਜ਼ਨ ਦੇ ਵਿੱਚ 5 ਐਪੀਸੋਡ ਨੇ। ਹਾਂ, ਮੈਂ ਫਿਰ ਵਾਰ-ਵਾਰ ਕਿ ਹੰਬਲੀ ਰਿਕੁਐਸਟ ਹੈ ਮੇਰੀ, ਹੱਥ ਜੋੜ ਕੇ ਜੋ ਚੀਜ਼ ਗਲਤ ਲੱਗਦੀ ਹੈ ਸਾਨੂੰ ਟੈਲੀਫੋਨਿਕਲੀ ਮੈਸੇਜ ਦੇ ਨਾਲ ਖੋਲ੍ਹ ਕੇ ਦੱਸੋ, ਤਾਂ ਕਿ ਅਸੀਂ ਅਗਲੇ ਸੀਜ਼ਨ ਵਿੱਚ ਉਹ ਚੀਜ਼ਾਂ ਨਾ ਕਰੀਏ, ਅਵੋਇਡ ਕਰ ਸਕੀਏ ਅਤੇ ਤੁਹਾਡੇ ਐਂਟਰਟੇਨਮੈਂਟ ਦਾ ਪੂਰਾ ਧਿਆਨ ਰੱਖੀਏ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ। ਥੈਂਕ ਯੂ। ਸੋ ਤਖਤਗੜ੍ਹ ਜੋ ਵੈਬ ਸੀਰੀਜ਼ ਹੈ ਉਹ ਉਸਦੇ 3 ਐਪੀਸੋਡਸ ਆ ਚੁੱਕੇ ਆ। ਜਿਸ ਤਰ੍ਹਾਂ ਡਾਇਰੈਕਟਰ ਔਰ ਐਕਟਰ ਧੀਰਜ ਨੇ ਸਾਨੂੰ ਕਿਹਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਵੈਬ ਸੀਰੀਜ਼ ਦੇ ਵਿੱਚ ਕੁਝ ਚੇਂਜਸ ਕੀਤੇ ਜਾਣ ਤਾਂ ਨੈਕਸਟ ਸੀਜ਼ਨ ਦੇ ਵਿੱਚ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਜਾਏਗਾ। ਫਿਲਮ ਦੀ ਸਟਾਰ ਕਾਸਟ ਦੇ ਵਿੱਚ ਬੜੇ ਹੀ ਖਾਸ ਚਿਹਰੇ, ਲੈਂਗੁਏਜਸ ਹੋਵੇ ਜਾਂ ਉਸ ਦੀਆਂ ਲੋਕੇਸ਼ਨਸ ਦੀ ਗੱਲ ਕੀਤੀ ਜਾਵੇ, ਹਰ ਇੱਕ ਕਰੈਕਟਰ ਦੇ ਉੱਪਰ ਬੜਾ ਖੂਬਸੂਰਤ ਕੰਮ ਕੀਤਾ ਗਿਆ ਹੈ। ਉਮੀਦ ਹੈ ਤੁਸੀਂ ਉਹਨਾਂ ਦੀ ਤਖਤਗੜ੍ਹ ਸੀਰੀਜ਼ ਨੂੰ ਜ਼ਰੂਰ ਪਸੰਦ ਕਰੋਗੇ।